ਨਮਸਕਾਰ ਦੋਸਤੋ। ਰਣ ਖੇਤਰ ਕਹਾਣੀ ਨੂੰ ਅੱਗੇ ਵਧਾਉਂਦੇ ਹਾਂ ਤੇ ਵਧਦੇ ਹਾਂ ਇਸ ਦੇ ਦੂਜੇ ਭਾਗ ਵੱਲ। ਮੈਂ ਸੂਚੀ ਬਣਾ ਰਿਹਾ ਸੀ। ਕਮਰੇ ਵਿੱਚ ਕਿੰਨੀਆਂ ਚੀਜ਼ਾਂ ਹਨ, ਕਿੱਥੇ ਕਿੱਥੇ ਹਨ, ਕਿਹੜੀ ਚੀਜ਼ ਕਿਸ ਕੰਮ ਆਉਂਦੀ ਹੈ, ਕਿਸ ਚੀਜ਼ ਨੂੰ ਕਿਸ ਵੇਲੇ ਵਰਤਣਾ ਹੈ ਜਾਂ ਕਿਹੜੀ ਚੀਜ਼ ਕਿਸ ਵੇਲੇ ਵਰਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਮੇਰੇ ਲਈ ਕਦੀ ਐਸਾ ਸਮਾਂ ਨਹੀਂ ਸੀ ਆਇਆ ਕਿ ਮੈਂ ਸੂਚੀ ਤੇ ਸਮੇਂ ਬਾਰੇ ਬਹਿ ਕੇ ਸੋਚਾਂ। ਪਹਿਲਾਂ ਸ਼ਾਇਦ ਮੇਰੇ ਕੋਲ ਚੀਜ਼ਾਂ ਨਹੀਂ ਦੇ ਬਰਾਬਰ ਸਨ, ਇਸ ਕਰਕੇ ਉਹਨਾਂ ਨੂੰ ਚਲਾਨ ਤੇ ਵਰਤਣ ਦਾ ਸਵਾਲ ਹੀ ਨਹੀਂ ਸੀ। ਤੇ ਨਾ ਕਦੀ ਮੈਨੂੰ ਇਹ ਗੱਲ ਸੋਚਣੀ ਪਈ ਸੀ ਕਿ ਚੀਜ਼ਾਂ ਦੇ ਪ੍ਰਯੋਗ ਲਈ ਸਮੇਂ ਨਿਸ਼ਚਿਤ ਕੀਤੇ ਜਾਂਦੇ ਹਨ ਜਾਂ ਕੀਤੇ ਜਾ ਸਕਦੇ ਹਨ। ਮੈਂ ਸੂਚੀ ਬਣਾਉਂਦਾ ਸੀ ਤੇ ਆਪ ਹੀ ਉਸ ਦਾ ਖੰਡਨ ਕਰਕੇ ਸੁੱਟ ਦਿੰਦਾ ਸੀ। ਮੈਨੂੰ ਲੱਗਦਾ ਸੀ ਕਿ ਸੂਚੀ ਗਲਤ ਬਣ ਰਹੀ ਹੈ। ਮੈਂ ਸਮਾਂ ਵੀ ਗਲਤ ਨਿਸ਼ਚਿਤ ਕਰ ਰਿਹਾ ਹਾਂ। ਕਦੀ ਸੂਚੀ ਵਿੱਚ ਮੈਂ ਸਭ ਤੋਂ ਉੱਤੇ ਲਿਬਾਸ ਲਿਖ ਲੈਂਦਾ ਤੇ ਫਿਰ ਕੋਈ ਸੋਹਣਾ ਤੇ ਆਕਰਸ਼ਕ ਚਿਹਰਾ, ਪਰ ਝੱਟ ਹੀ ਦੁਚਿੱਤੀ ਵਿੱਚ ਫਸ ਜਾਂਦਾ। ਫੈਸਲਾ ਕਰਨਾ ਔਖਾ ਹੋ ਜਾਂਦਾ ਕਿ ਲਿਬਾਸ ਤੋਂ ਪਹਿਲਾਂ ਚਿਹਰਾ ਚੜਾਈਦਾ ਹੈ ਜਾਂ ਚਿਹਰੇ ਤੋਂ ਪਹਿਲਾਂ ਲਿਬਾਸ ਪਾ ਲਈਦਾ ਹੈ। ਮੈਨੂੰ ਉਸ ਆਦਮੀ ਦਾ ਖਿਆਲ ਆਂਦਾ। ਜ਼ਿਹਨ ਵਿੱਚ ਇਹ ਗੱਲ ਵੀ ਘੁੰਮਦੀ ਸੀ ਕਿ ਦੁਚਿੱਤੀ ਤੋਂ ਨਿਕਲਣ ਲਈ ਉਸ ਦੀ ਸਹਾਇਤਾ ਲਈ ਜਾਵੇ। ਪਰ ਉਹ ਆਦਮੀ ਜਿਸ ਦੇ ਕੋਲ ਕੁਝ ਵੀ ਨਹੀਂ ਸੀ, ਜਿਸ ਦੇ ਕੋਲ ਮਿੱਟੀ ਤੇ ਮੂਰਤਾਂ ਦੇ ਸਿਵਾ ਹੋਰ ਕੁਝ ਵੀ ਨਹੀਂ ਸੀ, ਉਹ ਮੈਨੂੰ ਨਵੀਆਂ ਚੀਜ਼ਾਂ ਬਾਰੇ ਕੀ ਸਲਾਹ ਦੇ ਸਕਦਾ ਸੀ। ਮੈਂ ਇਹ ਵੀ ਜਾਣਦਾ ਸੀ ਕਿ ਜੇਕਰ ਮੈਂ ਉਸ ਨੂੰ ਕਹਾਂ ਤਾਂ ਉਹ ਝੱਟ ਹੀ ਸਲਾਹ ਮਸ਼ਵਰਾ ਦੇਣ ਲਈ ਤਿਆਰ ਹੋ ਜਾਏਗਾ ਤੇ ਹੋ ਸਕਦਾ ਹੈ ਕਿ ਕਮਰੇ ਵਿੱਚ ਆ ਕੇ ਚੀਜ਼ਾਂ, ਮਸ਼ੀਨਾਂ ਤੇ ਉਪਕਰਨਾਂ ਦੀਆਂ ਥਾਵਾਂ ਬਦਲਣਾ ਸ਼ੁਰੂ ਕਰ ਦੇਵੇ ਤੇ ਮੇਰੀ ਸੋਚ ਦੇ ਮੁਤਾਬਕ ਉਸ ਦੀ ਤਰਤੀਬ ਗਲਤ ਨਿਕਲੇ ਤੇ ਮੇਰਾ ਜ਼ਿਹਨ ਅਕਾਰਨ ਹੀ ਪਰੇਸ਼ਾਨ ਹੋ ਜਾਵੇ। ਪਰ ਮੈਂ ਇਹ ਗੱਲ ਵੀ ਨਾਲ ਸੋਚਦਾ ਸੀ ਕਿ ਹੋ ਸਕਦਾ ਹੈ ਉਹ ਆ ਕੇ ਇਹੀ ਕਹੇ, ਚੀਜ਼ਾਂ ਤੂੰ ਵਰਤਣੀਆਂ ਹਨ, ਤੈਨੂੰ ਆਪ ਹੀ ਇਹਨਾਂ ਨੂੰ ਕ੍ਰਮ ਦੇਣਾ ਚਾਹੀਦਾ ਹੈ। ਜਾਂ ਫਿਰ ਉਹ ਇਹ ਗੱਲ ਕਹਿ ਦੇਵੇ ਕਿ ਚੀਜ਼ਾਂ ਜਿੱਥੇ ਟਿਕੀਆਂ ਹਨ ਬਿਲਕੁਲ ਠੀਕ ਹਨ, ਜਿੱਥੇ ਜਿਵੇਂ ਪਈਆਂ ਹਨ ਉਵੇਂ ਹੀ ਵਰਤ ਲੈ। ਕ੍ਰਮ ਦੇਣ ਦਾ, ਸੂਚੀ ਦੇਣ ਦਾ ਤੇ ਥਾਂ ਬਦਲਣ ਦਾ ਕੋਈ ਲਾਭ ਨਹੀਂ। ਪਰ ਇੱਕਦਮ ਹੀ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਗਲਤ ਸੋਚ ਰਿਹਾ ਹਾਂ। ਮੈਂ ਆਪਣੀਆਂ ਚੀਜ਼ਾਂ ਬਾਰੇ ਸੋਚਦੇ ਹੋਇਆਂ ਉਹ ਆਦਮੀ ਦੇ ਬਾਰੇ ਕਿਉਂ ਸੋਚਣ ਲੱਗ ਗਿਆ। ਮੈਨੂੰ ਆਪ ਹੀ ਸਾਰੇ ਨਿਰਣੇ ਤੇ ਫੈਸਲੇ ਕਰਨੇ ਚਾਹੀਦੇ ਹਨ। ਫਿਰ ਮੈਂ ਪੱਕੇ ਵਿਸ਼ਵਾਸ ਨਾਲ ਬੈਠ ਜਾਂਦਾ ਤੇ ਚੀਜ਼ਾਂ ਨੂੰ ਕ੍ਰਮ ਦੇਣ ਲੱਗਦਾ। ਕ੍ਰਮ ਤੇ ਸੂਚੀ ਤਿਆਰ ਕਰ ਲੈਣ ਮਗਰੋਂ ਕੁਝ ਸਮੇਂ ਲਈ ਤਾਂ ਉਹ ਤਰਤੀਬ ਸਹੀ ਜਾਪਦੀ। ਮੈਂ ਉਸ ਤਰਤੀਬ ਅਨੁਸਾਰ ਚੀਜ਼ ਵਰਤਣ ਦੇ ਬਾਰੇ ਚ ਸੋਚਣ ਲੱਗਦਾ ਤਾਂ ਫਿਰ ਮੈਨੂੰ ਅਦਲ ਬਦਲੀ ਕਰਨੀ ਪੈਂਦੀ। ਉਧਰ 2-4 ਦਿਨਾਂ ਤੀਕ ਉਹ ਆਦਮੀ ਵੀ ਮੇਰੇ ਵੱਲ ਨਾ ਆਇਆ। ਮੈਨੂੰ ਉਸ ਦੇ ਬਾਰੇ ਸੋਚਣ ਲੱਗਦਿਆਂ ਇੱਕ ਝਟਕਾ ਜਿਹਾ ਮਹਿਸੂਸ ਹੋਇਆ। ਇੱਕ ਅਹਿਸਾਸ ਨੇ ਮੇਰੇ ਜ਼ਿਹਨ ਨੂੰ ਬਹੁਤ ਸ਼ਿੱਦਤ ਨਾਲ ਜਕੜ ਲਿਆ। ਉਹ ਆਦਮੀ ਜਿਸਨੇ ਮੇਰੇ ਅੰਦਰ ਇੱਕ ਪਰਿਵਰਤਨ ਲਿਆਉਣ ਲਈ ਮੈਨੂੰ ਪ੍ਰੇਰਿਆ, ਇੱਕ ਜਗ੍ਹਾ ਦਾ ਨਿਰਮਾਣ ਕਰਕੇ ਮੈਨੂੰ ਬਿਠਾਇਆ, ਮੇਰੇ ਵਜੂਦ ਨੂੰ ਇੱਕ ਦਿਸ਼ਾ ਦਿੱਤੀ। ਅੱਜ ਮੈਂ ਉਹਦੇ ਬਾਰੇ ਚ ਕੀ ਸੋਚ ਰਿਹਾ ਹਾਂ, ਉਸਦੇ ਵਜੂਦ ਦੇ ਬਾਰੇ ਚ ਮੇਰੀ ਕੀ ਧਾਰਨਾ ਹੈ। ਪਛਤਾਤਾਪ ਦੀ ਇੱਕ ਲਾਟ ਜਿਹੀ ਮੇਰੇ ਤਾਲੂ ਵਿੱਚੋਂ ਹੋ ਕੇ ਨਿਕਲ ਗਈ। ਪਲ ਦੇ ਪਲ ਮੈਂ ਗਤੀਹੀਨ ਹੋ ਗਿਆ। ਉਹ ਉਸ ਵੇਲੇ ਮਿੱਟੀ ਗੁੰਨ ਰਿਹਾ ਸੀ ਜਿਸ ਵੇਲੇ ਮੈਂ ਉਸਦੇ ਕਮਰੇ 'ਚ ਪਹੁੰਚਿਆ। ਉਹ ਅਸਲ 'ਚ ਮਿੱਟੀ ਨਹੀਂ ਸੀ ਗੁੰਨ ਰਿਹਾ, ਮਿੱਟੀ ਨਾਲ ਪਿਆਰ ਕਰ ਰਿਹਾ ਸੀ। ਮਿੱਟੀ ਨੂੰ ਆਪਣੇ ਹੀ ਵਜੂਦ ਦਾ ਅੰਗ ਜਾਣ ਕੇ ਜਿਵੇਂ ਸਹਿਲਾ ਰਿਹਾ ਸੀ। ਨਾਲ ਨਾਲ ਉਹ ਲੰਬੀ ਲੰਬੀ ਹਾਂ 'ਚ ਸਿਰ ਹਿਲਾ ਰਿਹਾ ਸੀ। ਮੈਂ ਅਨੁਮਾਨ ਨਾ ਕਰ ਸਕਿਆ ਕਿ ਉਸਨੂੰ ਮੇਰੇ ਕਮਰੇ ਵਿੱਚ ਹੋਣ ਦੀ ਖਬਰ ਹੈ। ਮੈਂ ਕਿਹਾ, 3-4 ਦਿਨ ਤੋਂ ਵੇਖ ਰਿਹਾ ਹਾਂ ਤੂੰ ਮੇਰੇ ਕਮਰੇ ਵਿੱਚ ਨਹੀਂ ਆਇਆ। ਵੇਖਣ ਆਇਆ ਹਾਂ ਕਿ ਤੂੰ ਕਿਸ ਕੰਮੇ ਇਤਨਾ ਰੁੱਝ ਗਿਆ ਹੈ। ਮੈਂ ਜਾਣਦਾ ਹਾਂ ਜੋ ਚੀਜ਼ ਆਦਮੀ ਕੋਲ ਨਾ ਹੋਵੇ ਉਹ ਜੇਕਰ ਆ ਜਾਵੇ ਤਾਂ ਉਸ ਲਈ ਆਦਮੀ ਨੂੰ ਇੱਕ ਨਿਸ਼ਚਾ ਕਰ ਲੈਣਾ ਪੈਂਦਾ ਹੈ, ਉਸਨੂੰ ਕ੍ਰਮ ਦੇਣਾ ਪੈਂਦਾ ਹੈ, ਆਪਣੇ ਵਿਧਾਨ ਨੂੰ ਉਸ ਨਾਲ ਜੋੜਨਾ ਪੈਂਦਾ ਹੈ ਤੇ ਉਸ ਵਿਧਾਨ ਨੂੰ ਜਾਣਨਾ ਸਮਝਣਾ ਪੈਂਦਾ ਹੈ। ਮੈਂ ਇਹੀ ਨਿਰਣਾ ਕੀਤਾ ਹੈ ਕਿ ਜੋ ਕੁਝ ਵੀ ਤੂੰ ਕਮਰੇ ਵਿੱਚ ਲੈ ਆਇਆ ਹੈ ਤੂੰ ਇਕੱਲਾ ਆਪਣੇ ਤੌਰ ਤੇ ਵਰਤਣ ਦਾ ਨਿਯਮ ਵਿਧਾਨ ਬਣਾ ਲਵੇਂ। ਮੈਂ ਕੁਝ ਦੁਵਿਧਾ ਵਿੱਚ ਹਾਂ। ਮੈਂ ਰੋਜ਼ ਹੀ ਸਭ ਕੁਝ ਵਰਤਣ ਦੀ ਸੂਚੀ ਤੇ ਸਮਾਂ ਮੁਕਰਰ ਕਰਦਾ ਹਾਂ, ਪਰ ਮੈਨੂੰ ਝੱਟ ਹੀ ਮਹਿਸੂਸ ਹੋਣ ਲੱਗਦਾ ਹੈ ਕਿ ਮੈਂ ਗਲਤ ਕਰ ਰਿਹਾ ਹਾਂ। ਫਿਰ ਬਣਾਉਣਾ ਹਾਂ, ਫਿਰ ਮਿਟਾ ਦੇਣਾ ਹਾਂ। ਮੈਂ ਕਿਹਾ। ਉਹ ਕਾਫੀ ਚਿਰ ਤੱਕ ਚੁੱਪ ਰਿਹਾ ਤੇ ਮਿੱਟੀ ਦੇ ਗੋਲੇ ਨੂੰ ਹੱਥਾਂ 'ਚ ਨਚਾਉਂਦਾ ਰਿਹਾ। ਫਿਰ ਉਸਨੇ ਨਾ ਦੇ ਅੰਦਾਜ਼ ਵਿੱਚ ਗਰਦਨ ਹਿਲਾ ਕੇ ਕਿਹਾ, ਉੱਥੇ ਜੋ ਵੀ ਕੁਝ ਹੈ ਤੇਰਾ ਹੈ। ਕ੍ਰਮ ਦੀ ਕੋਈ ਦੁਵਿਧਾ ਨਹੀਂ ਹੈ।
ਸਭ ਕੁਝ ਪਹਿਲਾਂ ਹੀ ਤੋਂ ਕ੍ਰਮ ਅਧੀਨ ਹੈ। ਇੱਥੇ ਕੁਝ ਵੀ ਕ੍ਰਮਹੀਨ ਨਹੀਂ ਹੈ। ਸਾਨੂੰ ਇਸ ਕਰਕੇ ਐਸਾ ਲੱਗਦਾ ਹੈ ਕਿ ਵਸਤੂਆਂ, ਪਦਾਰਥਾਂ, ਉਪਕਰਨਾਂ ਤੇ ਮਸ਼ੀਨਾਂ ਦੇ ਕ੍ਰਮ ਸਾਡੇ ਨਾਲ ਮੇਲ ਨਹੀਂ ਖਾਂਦੇ। ਤੂੰ ਬਹੁਤ ਦੌੜ ਭੱਜ ਕੀਤੀ ਹੈ, ਸੰਘਰਸ਼ ਕੀਤਾ ਹੈ। ਤੈਨੂੰ ਹੁਣ ਹਰ ਚੀਜ਼ ਦਾ ਅਨੁਭਵ ਮਿਲਣਾ ਚਾਹੀਦਾ ਹੈ। ਜੇਕਰ ਤੂੰ ਕ੍ਰਮ ਦੇ ਗੇੜ ਵਿੱਚ ਫਸ ਗਿਆ ਤਾਂ ਆਨੰਦ ਤੇ ਸੰਤੋਸ਼ ਦੇ ਅਨੁਭਵ ਅਲੋਪ ਹੁੰਦੇ ਜਾਣਗੇ। ਮੈਂ ਐਵੇਂ ਹੀ ਕਹਾਂਗਾ ਕਿ ਤੂੰ ਮੇਰੇ ਨਾਲ ਮੇਰੇ ਕਮਰੇ ਵਿੱਚ ਚੱਲ ਤੇ ਕਿਤਿਓਂ ਵੀ ਵਰਤਨ ਦਾ ਸਿਲਸਿਲਾ ਸ਼ੁਰੂ ਕਰਵਾ ਦੇ। ਮਿੱਟੀ ਦਾ ਗੋਲਾ ਉਸਨੇ ਇੱਕ ਪਾਸੇ ਰੱਖ ਦਿੱਤਾ ਤੇ ਝੱਟ ਹੀ ਉੱਠ ਕੇ ਮੇਰੇ ਨਾਲ ਤੁਰ ਪਿਆ। ਆਪਣੀ ਦਹਲੀਜ਼ ਤੋਂ ਪੈਰ ਬਾਹਰ ਧਰਦਿਆਂ ਹੀ ਸ਼ਾਇਦ ਉਸਨੂੰ ਕੋਈ ਗੱਲ ਚੇਤੇ ਆ ਗਈ। ਉਹ ਰੁਕ ਗਿਆ। ਖਲੋ ਕੇ ਉਸਨੇ ਪੁੱਛਿਆ, ਸਭ ਕੁਝ ਕੰਮ ਕਰਨ ਲਈ ਬਿਲਕੁਲ ਤਿਆਰ ਹੈ? ਹਾਂ, ਤਿਆਰ ਹੈ। ਉਹ ਸ਼ਕਤੀ ਜਿਸ ਨਾਲ ਮਸ਼ੀਨਾਂ ਤੇ ਉਪਕਰਨ ਕੰਮ ਕਰਦੇ ਹਨ ਉਹ ਵੀ ਕਮਰੇ ਵਿੱਚ ਆ ਚੁੱਕੀ ਹੈ? ਉਸਨੇ ਪੁੱਛਿਆ। ਤਾਂ ਮੈਨੂੰ ਫਿਰ ਆਪਣਾ ਆਪ ਘੁੰਮਦਾ ਮਹਿਸੂਸ ਹੋਇਆ। ਮੈਂ ਕਿਹਾ, ਇਸ ਗੱਲ ਵੱਲ ਤਾਂ ਮੇਰਾ ਧਿਆਨ ਹੀ ਨਹੀਂ ਗਿਆ। ਮੈਂ ਸੋਚ ਵੀ ਨਹੀਂ ਸਕਿਆ ਕਿ ਮਸ਼ੀਨਾਂ ਤੇ ਉਪਕਰਨ ਚੱਲਣਗੇ ਕਿਵੇਂ। ਮੈਂ ਉਹਨਾਂ ਨੂੰ ਇਸਤੇਮਾਲ ਕਿਵੇਂ ਕਰਾਂਗਾ। ਫਿਰ ਮੇਰੇ ਚੱਲਣ ਦਾ ਕੋਈ ਲਾਭ ਨਹੀਂ ਜੇਕਰ ਤੇਰੇ ਕੋਲ ਉਸ ਸ਼ਕਤੀ ਦਾ ਬੰਦੋਬਸਤ ਨਹੀਂ ਹੈ। ਮਸ਼ੀਨ ਜੋ ਉਪਕਰਨਾਂ ਨੂੰ ਚਲਾਉਂਦੀ ਹੈ ਉਸ ਦਾ ਹੋਣਾ ਤਾਂ ਬਹੁਤ ਜ਼ਰੂਰੀ ਹੈ। ਮੈਂ ਫਿਰ ਕਦੀ ਚਲਾਂਗਾ। ਚਾਹੀਦਾ ਤਾਂ ਇਹ ਸੀ ਕਿ ਕੁਝ ਵੀ ਲਿਆਉਣ ਤੋਂ ਪਹਿਲਾਂ ਤੂੰ ਉਸ ਸ਼ਕਤੀ ਬਾਰੇ ਸੋਚਦਾ ਜੋ ਕੁਝ ਵੀ ਚਲਾ ਕੇ ਆਨੰਦ ਪ੍ਰਾਪਤ ਕਰਨ ਲਈ ਲਾਜ਼ਮੀ ਹੈ। ਮੈਂ ਤਾਂ ਇਹ ਨਹੀਂ ਕੀਤਾ। ਸ਼ਾਇਦ ਮੇਰੇ ਜ਼ਿਹਨ ਵਿੱਚ ਹੀ ਇਹ ਗੱਲ ਨਹੀਂ ਆਈ। ਪਰ ਇਸ ਵਾਰ ਮੈਂ ਤੇਰੀ ਵੀ ਢਿੱਲ ਸਮਝਦਾ ਹਾਂ। ਤੂੰ ਕਦੇ ਵੀ ਮੈਨੂੰ ਇਸ ਬਾਰੇ ਸੁਚੇਤ ਨਹੀਂ ਕੀਤਾ। ਮੈਂ ਕਿਹਾ, ਹਾਂ, ਮੈਂ ਜਾਣਦਾ ਸੀ ਕਿ ਤੈਨੂੰ ਜ਼ਰੂਰਤ ਪੈਣੀ ਹੈ। ਹਰ ਮਨੁੱਖ ਨੂੰ ਲੋੜ ਪੈਂਦੀ ਹੈ। ਪਰ ਮੈਂ ਜਾਣਬੁੱਝ ਕੇ ਉਹਨੂੰ ਨਹੀਂ ਕਿਹਾ। ਜਾਣਬੁੱਝ ਕੇ ਕੀ ਮਤਲਬ? ਮੈਨੂੰ ਸਮਝ ਨਹੀਂ ਆ ਰਿਹਾ। ਇੱਕ ਪਾਸੇ ਤੂੰ ਮੈਨੂੰ ਸਭ ਕੁਝ ਇਕੱਠਿਆਂ ਕਰਨ ਦੀ ਪ੍ਰੇਰਨਾ ਦਿੱਤੀ ਤੇ ਫਿਰ ਇਤਨੀ ਜ਼ਰੂਰੀ ਗੱਲ ਤੂੰ ਮੇਰੇ ਕੋਲੋਂ ਲੁਕਾ ਕੇ ਰੱਖੀ। ਉਸ ਦਾ ਕਾਰਨ ਹੈ, ਤੂੰ ਬਸਤੀ ਵਿੱਚ ਰਿਹਾ ਹੈ, ਸਭ ਕੁਝ ਵੇਖਿਆ ਹੈ। ਇਹ ਮਸ਼ੀਨਾਂ ਤੇ ਉਪਕਰਨ ਤੂੰ ਉੱਥੋਂ ਹੀ ਲਿਆਂਦੇ ਹਨ। ਮੇਰਾ ਪੱਕਾ ਵਿਸ਼ਵਾਸ ਹੈ ਕਿ ਜਿੱਥੇ ਵੀ ਕੋਈ ਯੰਤਰ, ਮਸ਼ੀਨ ਜਾਂ ਉਪਕਰਨ ਬਣਦਾ ਹੈ ਉਸਨੂੰ ਤੋੜਨ ਵਾਲੀ, ਉਸ ਵਿੱਚ ਕਿਰਿਆ ਭਰਨ ਵਾਲੀ ਸ਼ਕਤੀ ਪਹਿਲਾਂ ਬਣ ਜਾਂਦੀ ਹੈ। ਮੈਂ ਕਦੀ ਸੋਚ ਵੀ ਨਹੀਂ ਸਕਦਾ ਸੀ ਕਿ ਤੈਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਕਹਿ ਕੇ ਉਹ ਫਿਰ ਆਪਣੇ ਕਮਰੇ ਵਿੱਚ ਤੁਰ ਗਿਆ। ਮੈਂ ਵੀ ਉਸਦੇ ਪਿੱਛੇ ਉਸ ਕੋਲ ਜਾ ਪਹੁੰਚਿਆ। ਮੈਂ ਕਿਹਾ, ਇਹਨਾਂ ਚੀਜ਼ਾਂ ਨੂੰ ਚਲਾਉਣ ਲਈ ਵਿਦਯੁਤ ਦੀ ਲੋੜ ਹੈ। ਉਸ ਦਾ ਬੰਦੋਬਸਤ ਤੇਰੀ ਸਹਾਇਤਾ ਬਿਨਾਂ ਮੁਸ਼ਕਿਲ ਹੈ। ਮੈਂ ਇਸ ਵਿੱਚ ਤੇਰੀ ਕੀ ਮਦਦ ਕਰ ਸਕਦਾ ਹਾਂ? ਉਸਨੇ ਪੁੱਛਿਆ। ਵਿਦਯੁਤ ਦੀਆਂ ਤਾਰਾਂ ਮੇਰੇ ਮਕਾਨ ਤੇ ਪਹੁੰਚ ਸਕਦੀਆਂ ਹਨ? ਮੈਂ ਪੁੱਛਿਆ। ਹਾਂ, ਪਹੁੰਚ ਸਕਦੀਆਂ ਹਨ, ਉਸਨੇ ਉੱਤਰ ਦਿੱਤਾ। ਉਹ ਤਾਰਾਂ ਹੀ ਪਹੁੰਚਾਉਣ ਲਈ ਸਹਾਇਤਾ ਚਾਹੀਦੀ ਹੈ। ਤਾਰਾਂ ਤਾਂ ਮੇਰੇ ਕਮਰੇ ਵਿੱਚ ਆ ਪਹੁੰਚੀਆਂ। ਪਰ ਉਹ ਆਦਮੀ, ਮੈਨੂੰ ਮਹਿਸੂਸ ਹੋਇਆ ਕਿ ਬਹੁਤਾ ਗੰਭੀਰ ਹੋ ਗਿਆ ਹੈ। ਉਸਨੇ ਹੱਸਣਾ ਸ਼ਾਇਦ ਛੱਡ ਦਿੱਤਾ ਸੀ। ਮੈਂ ਉਸ ਤੋਂ ਇਸ ਤਬਦੀਲੀ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ, ਇਸ ਵਿੱਚ ਹੱਸਣ ਜਾਂ ਮੁਸਕਰਾਉਣ ਦੀ ਕੋਈ ਗੱਲ ਨਹੀਂ ਹੈ। ਉਹ ਸ਼ਕਤੀ ਜੋ ਉਪਕਰਨਾਂ ਨੂੰ ਤੋੜਦੀ ਹੈ ਸਭ ਕੁਝ ਇਕੱਠਿਆਂ ਕਰਨ ਤੋਂ ਬਾਅਦ ਇੱਥੇ ਆਈ ਹੈ। ਮੈਂ ਹੁਣ ਕਿਤਿਓਂ ਵੀ ਸ਼ੁਰੂ ਕਰਨਾ ਸੀ। ਵਰਤਣਾ, ਹੰਡਾਣਾ, ਆਰੰਭਣਾ ਸੀ। ਕੁਝ ਉਪਕਰਨ ਐਸੇ ਵੀ ਸਨ ਜਿਨ੍ਹਾਂ ਵਾਸਤੇ ਬਹੁਤ ਘੱਟ ਵਿਦਯੁਤ ਦੀ ਜਾਂ ਉਸਦੇ ਨਾਲ ਦੀ ਸ਼ਕਤੀ ਦੀ ਲੋੜ ਸੀ। ਇਹ ਵੇਖਣ ਲਈ ਕਿ ਜਿਸ ਉਪਕਰਨ ਜਾਂ ਮਸ਼ੀਨ ਵਿੱਚ ਬਹੁਤੀ ਸ਼ਕਤੀ ਚਾਹੀਦੀ ਹੈ ਉਸ ਦਾ ਆਨੰਦ ਕੈਸਾ ਹੈ ਤੇ ਜਿਸ ਮਸ਼ੀਨ ਵਿੱਚ ਬਹੁਤ ਘੱਟ ਸ਼ਕਤੀ ਲੋੜੀਂਦੀ ਹੈ ਉਸ ਦਾ ਆਨੰਦ ਕੈਸਾ ਹੈ। ਮੈਂ ਵਾਰੀ-ਵਾਰੀ ਸਾਰੇ ਯੰਤਰ, ਉਪਕਰਨ ਤੇ ਮਸ਼ੀਨਾਂ ਚਲਾਈਆਂ। ਇੱਕ ਮਸ਼ੀਨ ਨੇ ਮੈਨੂੰ ਮੇਰੇ ਨਾਲੋਂ ਤੋੜ ਦਿੱਤਾ, ਦੂਜੀ ਨੇ ਜੋੜ ਛੱਡਿਆ। ਇੱਕ ਨੇ ਮੈਨੂੰ ਮੇਰੇ ਬਾਰੇ 'ਚ ਉਹ ਗੱਲਾਂ ਸੰਕੇਤਾਂ ਵਿੱਚ ਸਮਝਾ ਦਿੱਤੀਆਂ ਜੋ ਮੁੱਢ ਤੋਂ ਹੀ ਮੇਰੇ ਵਜੂਦ ਦੇ ਅੰਦਰ ਵਿਰਾਜਮਾਨ ਸੀ ਪਰ ਮੈਨੂੰ ਉਹਨਾਂ ਦਾ ਪਤਾ ਨਹੀਂ ਸੀ। ਇੱਕ ਮਸ਼ੀਨ ਨੇ ਮੈਨੂੰ ਪਸ਼ੂ ਬਣਾ ਦਿੱਤਾ ਤੇ ਮੈਂ ਚਾਹਣ ਲੱਗਾ ਕਿ ਉਸ ਮਸ਼ੀਨ ਨੂੰ ਹੀ ਤੋੜ ਕੇ ਪਾਰ ਵਗਾ ਮਾਰਾਂ। ਪਰ ਦੂਜੀ ਹੀ ਮਸ਼ੀਨ ਨੇ ਮੈਨੂੰ ਜੀਵਾਂ ਚੋਂ, ਪ੍ਰਾਣੀਆਂ ਚੋਂ ਸਰਵਉੱਤਮ ਪ੍ਰਾਣੀ ਪ੍ਰਮਾਣਿਤ ਕਰ ਦਿੱਤਾ। ਤਾਂ ਮੈਂ ਪਲ ਦੇ ਪਲ ਮਹਿਸੂਸ ਕੀਤਾ ਕਿ ਮੈਂ ਪੂਰੀ ਧਰਤੀ ਦਾ ਇੱਕਮਾਤਰ ਸ਼ਹਿਨशाह ਹਾਂ। ਮੈਂ ਕੁਝ ਚਾਬੀਆਂ ਦਵਾਈਆਂ ਤਾਂ ਕੁਝ ਕਿਤਾਬਾਂ ਨੇ ਮੇਰੀ ਉਮਰ ਦਾ ਹਿਸਾਬ ਲਗਾਉਣਾ ਸ਼ੁਰੂ ਕਰ ਦਿੱਤਾ। ਮੈਂ ਵੇਖਦਾ ਰਿਹਾ ਤੇ ਮਸ਼ੀਨਾਂ ਆਪਸ ਵਿੱਚ ਝਗੜਦੀਆਂ ਰਹੀਆਂ। ਫਿਰ ਇੱਕ ਮਸ਼ੀਨ ਨੇ ਦੱਸਿਆ, ਇਸ ਆਦਮੀ ਦੀ ਉਮਰ ਲੱਖ ਸਾਲ ਹੈ। ਦੂਜੀ ਨੇ ਕਿਹਾ, ਕੁਝ ਕੁ ਹਜ਼ਾਰ ਸਾਲ। ਤੀਜੀ ਨੇ ਕਿਹਾ, ਸਭ ਕੁਝ ਗਲਤ ਹੈ। ਇਸ ਆਦਮੀ ਦੀ ਉਮਰ ਤਾਂ ਇੱਕ ਪਲ ਹੈ। ਇਹ ਆਦਮੀ ਸਿਰਫ ਇੱਕ ਪਲ ਜੀਂਦਾ ਹੈ ਤੇ ਫਿਰ ਮਰ ਜਾਂਦਾ ਹੈ। ਪਰ ਚੌਥੀ ਮਸ਼ੀਨ, ਜਿਸ ਵਿੱਚ ਸ਼ਾਇਦ ਕਈ ਪੁਸਤਕਾਂ ਦਾ ਸਾਰ ਤੇ ਅਰਥ ਭਰੇ ਹੋਏ ਸਨ, ਉਸਨੇ ਦੱਸਿਆ, ਇਹ ਠੀਕ ਹੈ ਕਿ ਇਹ ਆਦਮੀ ਇੱਕ ਪਲ ਜੀਂਦਾ ਹੈ ਤੇ ਦੂਜੇ ਪਲ ਮਰ ਜਾਂਦਾ ਹੈ ਪਰ ਤੀਜੇ ਪਲ ਫਿਰ ਜੀਂਦਾ ਹੈ ਤੇ ਇਸ ਤਰ੍ਹਾਂ ਇਸ ਆਦਮੀ ਨੇ ਕਿਤਨੇ ਹੀ ਹਜ਼ਾਰਾਂ ਵਰ੍ਹੇ ਲੰਘਾ ਦਿੱਤੇ ਹਨ। ਇਹ ਕਿਹਾ ਨਹੀਂ ਜਾ ਸਕਦਾ ਕਿ ਇਹ ਆਦਮੀ ਹੋਰ ਕਦੋਂ ਤੀਕ ਪਲ ਪਲ ਕਰਕੇ ਮਰਦਾ ਜੀਂਦਾ ਰਹੇਗਾ।
ਮੈਨੂੰ ਬਹੁਤ ਆਨੰਦ ਦਾ ਅਨੁਭਵ ਹੋਇਆ ਤੇ ਨਾਲ ਹੀ ਅਚਰਜ ਵੀ, ਕਿਉਂ ਜੋ ਮੈਂ ਆਪਣੀ ਉਮਰ ਦੇ ਬਾਰੇ ਵਿੱਚ ਕਦੀ ਸੋਚਿਆ ਹੀ ਨਹੀਂ ਸੀ। ਇਹ ਮਸ਼ੀਨੀ ਕਿਤਾਬਾਂ ਤੇ ਕਿਤਾਬੀ ਮਸ਼ੀਨਾਂ ਮੇਰੇ ਬਾਰੇ 'ਚ ਕੀ ਦੱਸ ਰਹੀਆਂ ਸਨ। ਇੱਕ ਉਪਕਰਨ ਜੋ ਬਹੁਤੀ ਸ਼ਕਤੀ ਮੰਗਦਾ ਸੀ, ਬਹੁਤ ਚਮਤਕਾਰੀ ਕੰਮ ਕਰਦਾ ਸੀ, ਪਰ ਉਸਦੇ ਕੰਮ ਦੀ ਮੈਨੂੰ ਸਮਝ ਨਹੀਂ ਸੀ ਆ ਰਹੀ। ਉਸ ਵਿੱਚ ਆਪਣੀ ਲੋੜ ਨਹੀਂ ਸੀ। ਪਹਿਲਾਂ ਉਹ ਲੋੜ ਉਧਾਰ ਮੰਗਦਾ ਸੀ, ਫਿਰ ਆਪਣੀ ਸ਼ਕਤੀ ਨਾਲ ਉਸ ਉਧਾਰ ਮੰਗੀ ਲੋੜ ਨੂੰ ਕਈ ਗੁਣਾ ਵਧਾ ਕੇ ਦਿੰਦਾ ਸੀ। ਪਰ ਉਸ ਵਧੀ ਹੋਈ ਲੋੜ ਅੱਗੇ ਕੀ ਕਰਨਾ ਚਾਹੀਦਾ ਸੀ? ਇਹ ਸੋਚ ਕੇ ਮੈਂ ਪਰੇਸ਼ਾਨ ਹੋ ਰਿਹਾ ਸੀ। ਅੰਤ ਵਿੱਚ ਮੈਂ ਸਭ ਕੁਝ ਬੰਦ ਕਰ ਦਿੱਤਾ। ਮੈਂ ਮਹਿਸੂਸ ਕੀਤਾ ਕਿ ਮੈਂ ਕੁਝ ਥੱਕ ਗਿਆ ਹਾਂ। ਇਹ ਥਕਾਵਟ ਸ਼ਾਇਦ ਉਪਕਰਨ, ਯੰਤਰ ਤੇ ਮਸ਼ੀਨਾਂ ਚਲਾਉਣ ਦੀ ਹੈ ਜਾਂ ਫਿਰ ਉਹਨਾਂ ਦੇ ਕਾਰਨਾਮੇ ਵੇਖਣ ਕਰਕੇ ਹੈ। ਮੈਂ ਇੱਕ ਚਿਹਰਾ ਪਾਇਆ, ਆਪਣਾ ਲਿਬਾਸ ਬਦਲਿਆ ਤੇ ਉਸ ਆਦਮੀ ਦੇ ਕਮਰੇ ਵੱਲ ਗਿਆ। ਉਹ ਉਸ ਸਮੇਂ ਕਮਰੇ ਵਿੱਚ ਨਹੀਂ ਸੀ, ਸ਼ਾਇਦ ਕਿਤੇ ਗਿਆ ਸੀ। ਮੈਂ ਕੁਝ ਚਿਰ ਤੱਕ ਟਹਿਲਦਾ ਰਿਹਾ। ਇੱਕਦਮ ਹੀ ਉਸਦੀ ਆਵਾਜ਼ ਨੇ ਮੈਨੂੰ ਚੌਂਕਾ ਦਿੱਤਾ। ਤੂੰ ਸੱਚ ਹੀ ਬਹੁਤ ਵੱਡਾ ਵਿਚਾਰਕ ਦਿਸ ਰਿਹਾ ਹੈ, ਪਰ ਇਹਨਾਂ ਦਾ ਪ੍ਰਯੋਗ ਤੈਨੂੰ ਬਸਤੀ ਲਈ ਕਰਨਾ ਚਾਹੀਦਾ ਹੈ। ਮੈਂ ਤਾਂ ਇਹਨਾਂ ਨੂੰ ਪਾ ਕੇ ਅਭਿਆਸ ਕਰ ਰਿਹਾ ਹਾਂ। ਤੈਨੂੰ ਸ਼ਾਇਦ ਪਤਾ ਨਹੀਂ, ਇਹ ਚੀਜ਼ਾਂ ਅਭਿਆਸ ਲਈ ਨਹੀਂ ਹਨ, ਇਹ ਤਾਂ ਪ੍ਰਮਾਣਕ ਹਨ। ਨਕਲ ਦੀ ਜਾਂ ਝੂਠ ਦੀ ਕੋਈ ਗੁੰਜਾਇਸ਼ ਇਹਨਾਂ ਨੂੰ ਪਾ ਕੇ ਨਹੀਂ ਰਹਿੰਦੀ। ਪਰ ਇੱਕ ਗੱਲ ਦੱਸ, ਇਹ ਲਿਬਾਸ ਤੇ ਚਿਹਰਾ ਪਾ ਕੇ ਤੈਨੂੰ ਅਨੁਭਵ ਕੀ ਹੁੰਦਾ ਹੈ? ਮੈਨੂੰ ਪਹਿਲੀ ਵਾਰ ਇਹ ਮਹਿਸੂਸ ਹੋਇਆ ਹੈ ਕਿ ਮੈਂ ਇੱਕ ਤਣਾਅ ਵਿੱਚੋਂ ਲੰਘ ਰਿਹਾ ਹਾਂ। ਤਣਾਅ ਇਹ ਹੈ ਕਿ ਮੈਂ ਤਾਂ ਕੁਝ ਹੋਰ ਹਾਂ ਤੇ ਕੁਝ ਹੋਰ ਹੀ ਬਣ ਗਿਆ ਹਾਂ। ਸੁਣ ਕੇ ਉਹ ਹੱਸ ਪਿਆ। ਮੈਨੂੰ ਬਹੁਤ ਚੰਗਾ ਲੱਗਾ। ਬਹੁਤ ਚਿਰ ਮਗਰੋਂ ਉਸਨੂੰ ਮੈਂ ਹੱਸਦਿਆਂ ਵੇਖਿਆ। ਹੱਸ ਕੇ ਉਸਨੇ ਕਿਹਾ, ਤੂੰ ਬਣਿਆ ਕੁਝ ਵੀ ਨਹੀਂ, ਤੇਰੇ ਵਿੱਚ ਕੋਈ ਪਰਿਵਰਤਨ ਨਹੀਂ ਆਇਆ। ਵੇਖਣ ਵਿੱਚ ਫਰਕ ਪਿਆ ਹੈ, ਸਿਰਫ ਤੂੰ ਕੁਝ ਹੋਰ ਦਿਸ ਰਿਹਾ ਹੈ। ਆਦਮੀ ਦੀ ਹਮੇਸ਼ਾ ਇਹ ਤਾਂਘ ਰਹੀ ਹੈ ਕਿ ਜੋ ਕੁਝ ਉਹ ਹੈ ਉਹ ਕਿਸੇ ਨੂੰ ਨਾ ਦਿਸੇ। ਜੋ ਕੁਝ ਉਹ ਦਿਸ ਰਿਹਾ ਹੈ ਉਹ ਵੈਸਾ ਹੋਵੇ ਨਾ। ਇਸ ਚਿਹਰੇ ਤੇ ਇਸ ਲਿਬਾਸ ਵਿੱਚ ਇਹੀ ਆਨੰਦ ਹੈ। ਤੂੰ ਆਪੇ ਬਦਲਣਾ ਨਹੀਂ ਹੈ, ਬਦਲਿਆ ਹੋਇਆ ਦਿਸਣਾ ਹੈ। ਬਸ ਇਹ ਲਿਬਾਸ ਪਾ ਕੇ, ਚਿਹਰਾ ਪਾ ਕੇ ਤੈਨੂੰ ਬਸਤੀ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ। ਮੈਨੂੰ ਇਹ ਸਭ ਕੁਝ ਪਾ ਕੇ ਬਸਤੀ ਵਿੱਚ ਜਾਂਦਿਆਂ ਕੁਝ ਝਿਜਕ ਦਾ ਅਹਿਸਾਸ ਹੋਵੇਗਾ। ਝਿਜਕ ਨੂੰ ਤੋੜਨਾ ਹੈ, ਤੋੜ ਸੁੱਟਣਾ ਹੈ, ਇਹੀ ਕਾਮਯਾਬੀ ਹੈ। ਦੂਜੇ ਦਿਨ ਮੈਂ ਲਿਬਾਸ ਪਾਇਆ, ਇੱਕ ਚਿਹਰਾ ਪਾਇਆ। ਚਿਹਰਾ ਕੁਝ ਭਾਰਾ ਸੀ। ਪਾਇਆ ਕੁਝ ਡਰ ਲੱਗ ਰਿਹਾ ਸੀ ਕਿ ਕਿਤੇ ਉਤਰ ਕੇ ਡਿੱਗ ਨਾ ਪਵੇ। ਜਿਸ ਮਸ਼ੀਨ ਨਾਲ ਜਾ ਕੇ ਮੈਂ ਘੋਲ ਕਰਦਾ ਸੀ, ਉਸਨੇ ਮੇਰਾ ਸਵਾਗਤ ਕੀਤਾ। ਆਸ-ਪਾਸ ਦੇ ਸਾਰੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਤੇ ਜੋਸ਼ ਦਿਸ ਰਿਹਾ ਸੀ। ਉਹ ਮਸ਼ੀਨ ਜਿਸ ਨੂੰ ਮੈਂ ਆਪਣੀ ਮਿਹਨਤ ਦਿੰਦਾ ਸੀ ਤੇ ਜੋ ਮੈਨੂੰ ਜੀਣ ਲਈ ਕੁਝ ਨਾ ਕੁਝ ਦੇ ਦਿੰਦੀ ਸੀ, ਜਦੋਂ ਬਣੀ ਸੀ ਤਾਂ ਉਸਦਾ ਸਵਾਮੀ ਕੋਈ ਹੋਰ ਸੀ। ਫਿਰ ਇੱਕ ਕਰਕੇ ਉਸਦੇ ਸਵਾਮੀ ਤਬਦੀਲ ਹੁੰਦੇ ਗਏ। ਉਸਦਾ ਵਰਤਮਾਨ ਸਵਾਮੀ ਚੁੱਪ ਦਾ ਪੁਜਾਰੀ ਸੀ। ਚੁੱਪ ਦੀ ਉਸਨੇ ਇੱਕ ਮੂਰਤੀ ਜੋ ਆਦਮ ਕਦ ਤੋਂ ਦੁੱਗਣੀ ਸੀ, ਸਜ ਸੰਵਾਰ ਕੇ ਆਪਣੇ ਕਮਰੇ ਵਿੱਚ ਰੱਖੀ ਹੋਈ ਸੀ ਤੇ ਆਮ ਤੌਰ ਤੇ ਉਸਦੇ ਸਾਹਮਣੇ ਬੈਠਾ ਦਿਸਦਾ ਸੀ। ਉਸਨੇ ਮੈਨੂੰ ਵੇਖਿਆ, ਆਪਣੇ ਕਮਰੇ ਵਿੱਚ ਲੈ ਗਿਆ, ਮੈਨੂੰ ਬਿਠਾਇਆ। ਮੈਂ ਸੋਚ ਰਿਹਾ ਸੀ ਕਿ ਉਹ ਮੈਨੂੰ ਬਿਠਾ ਕੇ ਚੁੱਪ ਰਹੇਗਾ, ਪਰ ਉਸਨੇ ਗੱਲਾਂ ਦਾ ਸਿਲਸਿਲਾ ਸ਼ੁਰੂ ਕੀਤਾ। ਤੂੰ ਪਹਿਲਾਂ ਬਹੁਤ ਛੋਟਾ ਸੀ ਜਾਂ ਫਿਰ ਮੈਨੂੰ ਬਹੁਤ ਛੋਟਾ ਦਿਸਦਾ ਸੀ, ਪਰ ਅੱਜ ਤੂੰ ਮੈਨੂੰ ਮੇਰੇ ਬਰਾਬਰ ਦਿਸ ਰਿਹਾ ਹੈ। ਮੈਨੂੰ ਬਹੁਤ ਖੁਸ਼ੀ ਹੋਈ ਹੈ। ਜੇਕਰ ਤੂੰ ਮੇਰੇ ਨਾਲ ਇੱਕ ਪ੍ਰਣ ਕਰ ਲਵੇਂ ਤਾਂ ਮੈਂ ਬਹੁਤ ਜ਼ਰੂਰੀ ਗੱਲ ਤੇਰੇ ਨਾਲ ਕਰਨੀ ਹੈ। ਕੀ ਪ੍ਰਣ ਕਰਾਂ ਮੈਂ ਪੁੱਛਿਆ। ਤੂੰ ਵੀ ਅੱਜ ਤੋਂ ਚੁੱਪ ਦੀ ਪੂਜਾ ਸ਼ੁਰੂ ਕਰ ਦੇਵੇਂਗਾ। ਇਹ ਵਾਅਦਾ ਕਰਨਾ ਹੈ। ਇਹ ਤਾਂ ਬਹੁਤ ਸੌਖੀ ਗੱਲ ਹੈ। ਇਸ ਵਿੱਚ ਪ੍ਰਣ ਤੇ ਵਾਅਦੇ ਵਾਲੀ ਕੀ ਗੱਲ ਹੈ? ਕਈ ਵਾਰੀ ਆਦਮੀ ਵਾਅਦਾ ਤਾਂ ਕਰ ਲੈਂਦਾ ਹੈ, ਪਰ ਆਪਣੇ ਆਪ ਨੂੰ ਮਜਬੂਰ ਮਹਿਸੂਸ ਕਰਨ ਲੱਗਦਾ ਹੈ। ਫਿਰ ਮਜਬੂਰੀ ਨੂੰ ਤੋੜ ਕੇ ਉਹ ਸੁਤੰਤਰ ਹੋਣਾ ਚਾਹੁੰਦਾ ਹੈ। ਮੈਂ ਇਸ ਵਾਅਦੇ ਨੂੰ ਮਜਬੂਰੀ ਦੇ ਤੌਰ ਤੇ ਨਹੀਂ ਸੋਚਾਂਗਾ, ਮੈਂ ਇਸ ਨੂੰ ਆਪਣਾ ਨਿਯਮ ਬਣਾ ਲਵਾਂਗਾ। ਗੱਲ ਇਹ ਹੈ ਕਿ ਤੂੰ ਵੀ ਐਸੀ ਹੀ ਇੱਕ ਮਸ਼ੀਨ ਦਾ ਸਵਾਮੀ ਹੋ ਸਕਦਾ ਹੈ। ਤੂੰ ਵੀ ਇੱਕ ਆਦਮੀ ਨੂੰ ਮਸ਼ੀਨ ਤੇ ਲਗਾ ਸਕਦਾ ਹੈ ਤੇ ਆਪ ਚੁੱਪ ਦੀ ਪੂਜਾ ਵਿੱਚ ਰੁੱਝਿਆ ਰਹਿ ਸਕਦਾ ਹੈ। ਮੈਂ ਸਵਾਮੀ ਬਣਨਾ ਚਾਹੁੰਦਾ ਹਾਂ, ਪਰ ਕਿਵੇਂ ਬਣ ਸਕਦਾ ਹਾਂ? ਸਵਾਮੀ ਦਾ ਚਿਹਰਾ ਪਾ ਕੇ। ਚਿਹਰਾ ਪਾ ਕੇ ਆਦਮੀ ਮਸ਼ੀਨ ਦਾ ਸਵਾਮੀ ਬਣ ਸਕਦਾ ਹੈ? ਮੇਰਾ ਅਨੁਭਵ ਤਾਂ ਇਹੀ ਹੈ। ਸਵਾਮੀ ਦਾ ਚਿਹਰਾ ਕਿੱਥੋਂ ਮਿਲੇਗਾ? ਮਿਲ ਤਾਂ ਜਾਏਗਾ, ਪਰ ਉਸਦਾ ਮੁੱਲ ਬਹੁਤ ਹੈ। ਕਿੰਨਾ ਮੁੱਲ ਹੈ? ਕੁਝ ਗਿਰਵੀ ਰੱਖਣਾ ਪੈਂਦਾ ਹੈ। ਤੂੰ ਮਸ਼ੀਨ ਦਾ ਸਵਾਮੀ ਹੈ, ਤੂੰ ਕੀ ਗਿਰਵੀ ਰੱਖਿਆ ਹੈ? ਆਪਣੇ ਵਜੂਦ ਦਾ ਸਾਰਾ ਸੱਚ। ਮੈਂ आवश्यकता ਦੇ ਮੁਤਾਬਿਕ ਚੀਜ਼ਾਂ ਉਪਕਰਨਾਂ ਦਾ ਪ੍ਰਯੋਗ ਸ਼ੁਰੂ ਕਰ ਲਿਆ। ਜਿਸ ਵੇਲੇ ਮੈਨੂੰ ਆਪਣੀ ਆਵਾਜ਼ ਬਹੁਤ ਵੱਡੀ ਤੇ ਭਾਰੀ ਲੱਗਦੀ ਹੈ, ਮੈਂ ਉਹ ਕਿਤਨੀ ਵਾਰੀ ਆਪਣੀ ਆਵਾਜ਼ ਸੁਣਦਾ ਹਾਂ।
ਉਸ ਆਦਮੀ ਨੂੰ ਬੁਲਾ ਕੇ ਉਸ ਨੂੰ ਵੀ ਆਪਣੀ ਆਵਾਜ਼ ਸੁਣਵਾਉਂਦਾ। ਉਹ ਬਹੁਤ ਪ੍ਰਸ਼ੰਸਾ ਕਰਦਾ। ਮੈਂ ਉਸ ਨੂੰ ਕਿਤਨੀ ਹੀ ਵਾਰੀ ਕਿਹਾ ਕਿ ਉਹ ਵੀ ਕੁਝ ਐਸੀ ਗੱਲ ਕਹੇ ਜੋ ਭਾਰੀ ਹੋਵੇ, ਪ੍ਰਭਾਵ ਰੱਖਦੀ ਹੋਵੇ। ਮੈਂ ਉਸ ਨੂੰ ਮਸ਼ੀਨ ਵਿੱਚ ਬੰਦ ਕਰ ਲਵਾਂਗਾ ਤੇ ਫਿਰ ਉਹ ਜਿਸ ਵੇਲੇ ਚਾਹੇ ਸੁਣ ਸਕਦਾ ਹੈ। ਪਰ ਉਸਨੇ ਹਾਮੀ ਨਾ ਭਰੀ। ਉਸਨੇ ਇਹੀ ਉੱਤਰ ਦਿੱਤਾ ਕਿ ਮੈਂ ਜਾਣਦਾ ਹਾਂ ਕਿ ਮੇਰੀ ਆਵਾਜ਼ ਵਿੱਚ ਕੀ ਹੈ। ਮੈਂ ਆਪਣੀ ਆਵਾਜ਼ ਸੁਣਨ ਲਈ ਆਪੇ ਹੀ ਮਸ਼ੀਨ ਬਣ ਜਾਣਾ ਹਾਂ ਤੇ ਸੁਣ ਲੈਣਾ ਹਾਂ। ਫਰਕ ਸਿਰਫ ਇਤਨਾ ਹੀ ਹੈ ਕਿ ਤੇਰੀ ਆਵਾਜ਼ ਵਾਲੀ ਮਸ਼ੀਨ ਤੇਰੇ ਕੋਲੋਂ ਵੱਖ ਹੈ ਤੇ ਮੇਰੀ ਮਸ਼ੀਨ ਮੇਰੇ ਨਾਲ ਹੀ ਹੈ, ਮੇਰੀ ਅੰਤਸ ਵਿੱਚ ਹੀ ਹੈ। ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗ ਰਿਹਾ। ਇੱਕ ਦਿਨ ਜਦ ਉਹ ਮੇਰੇ ਕਮਰੇ ਵਿੱਚ ਪਹੁੰਚਿਆ ਸੀ ਤਾਂ ਮੈਂ ਕਿਹਾ, ਮੇਰੇ ਉਪਕਰਨਾਂ ਵਿੱਚੋਂ ਹੀ ਇੱਕ ਉਪਕਰਨ ਹੈ। ਮੈਂ ਜਦੋਂ ਵੀ ਉਸ ਨੂੰ ਚਲਾਉਂਦਾ ਹਾਂ ਤਾਂ ਉਹ ਰੌਸ਼ਨੀ ਪੈਦਾ ਕਰਦਾ ਹੈ। ਉਸ ਦੀ ਲੌ ਵੱਧਦੀ ਜਾਂਦੀ ਹੈ। ਕਈ ਵਾਰੀ ਤਾਂ ਉਸ ਵਿੱਚੋਂ ਇਤਨੀ ਲੌ ਪ੍ਰਗਟ ਹੋਣ ਲੱਗਦੀ ਹੈ ਕਿ ਉਸ ਪਾਸੇ ਵੇਖਣ ਵੀ ਨਹੀਂ ਹੁੰਦਾ। ਮੈਨੂੰ ਉਸਨੇ ਉਪਕਰਨ ਚਲਾਉਣ ਲਈ ਕਿਹਾ। ਮੈਂ ਵਿਦਯੁਤ ਦੇ ਤਾਰ ਜੋੜੇ। ਉਪਕਰਨ ਕੰਮ ਕਰਨ ਲੱਗਾ। ਉਸ ਦੀ ਲੌ ਵਧਣ ਲੱਗ ਗਈ। ਫਿਰ ਕਮਰੇ ਦੇ ਅੰਦਰ ਜਿਵੇਂ ਸੂਰਜ ਚੜ ਗਿਆ। ਮੈਂ ਕਿਹਾ, ਮੈਨੂੰ ਸਮਝ ਨਹੀਂ ਆ ਰਿਹਾ ਕਿ ਇਸ ਲੌ ਦਾ ਕੀ ਮਤਲਬ ਹੈ, ਕੀ ਮਹੱਤਵ ਹੈ। ਉਹ ਕਾਫੀ ਦੇਰ ਤੀਕਰ ਕਮਰੇ ਵਿੱਚ ਫੈਲੇ ਪ੍ਰਕਾਸ਼ ਨੂੰ ਵੇਖਦਾ ਰਿਹਾ। ਫਿਰ ਉਹ ਕੰਧਾਂ ਵੱਲ ਵੇਖਦਾ ਰਿਹਾ। ਫਿਰ ਉਸਨੇ ਕਿਹਾ, ਇਹ ਉਪਕਰਨ ਸ਼ਾਇਦ ਉਸ ਆਦਮੀ ਨੇ ਤਿਆਰ ਕੀਤਾ ਹੈ ਜੋ ਸੂਰਜ ਨੂੰ ਨਹੀਂ ਮੰਨਦਾ, ਸੂਰਜ ਦੀ ਲੌ ਨੂੰ ਮਾਨਤਾ ਨਹੀਂ ਦਿੰਦਾ, ਨਾ ਹੀ ਦਿਨ ਰਾਤ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਲੌ ਦੇ ਜ਼ਰੀਏ ਉਹ ਜਿਸ ਵੇਲੇ ਚਾਹੇ ਦਿਨ ਬਣਾ ਸਕਦਾ ਹੈ ਤੇ ਜਿਸ ਸਮੇਂ ਚਾਹੇ ਉਹ ਰਾਤ ਕਰ ਲੈਂਦਾ ਹੈ। ਇਹ ਮਸ਼ੀਨ ਹੁਣ ਮੇਰੇ ਕੋਲ ਹੈ। ਮੈਂ ਵੀ ਆਪਣੀ ਮਰਜ਼ੀ ਨਾਲ ਲੋੜੀਂਦਾ ਦਿਨ ਤੇ ਰਾਤ ਕਰ ਸਕਦਾ ਹਾਂ। ਮੈਂ ਪੁੱਛਿਆ। ਉਹ ਹੱਸਿਆ। ਜੇਕਰ ਤੇਰੇ ਜ਼ਿਹਨ ਵਿੱਚ ਇਹ ਵਿਚਾਰ ਹੈ ਕਿ ਤੂੰ ਦਿਨ ਵੇਲੇ ਦੇ ਧੰਦੇ ਰਾਤ ਨੂੰ ਕਰਨਾ ਚਾਹੁੰਦਾ ਹੈ ਤੇ ਰਾਤ ਵਾਲੇ ਧੰਦੇ ਦਿਨ ਨੂੰ ਕਰਨਾ ਚਾਹੁੰਦਾ ਹੈ, ਤਾਂ ਤੂੰ ਵੀ ਇਸ ਮਸ਼ੀਨ ਦੀ ਸਹਾਇਤਾ ਨਾਲ ਆਪਣੇ ਦਿਨ ਰਾਤ ਨਿਸ਼ਚਿਤ ਕਰ ਸਕਦਾ ਹੈ। ਮੈਨੂੰ ਬਹੁਤ ਖੁਸ਼ੀ ਹੋਈ। ਆਪਣੀ ਦੂਰਅੰਦੇਸ਼ੀ ਤੇ ਮੈਂ ਆਪ ਹੀ ਫਖਰ ਕਰਨ ਲੱਗ ਗਿਆ ਕਿ ਮੈਂ ਉਪਕਰਨਾਂ ਵਿੱਚੋਂ ਇੱਕ ਬਹੁਤ ਕੀਮਤੀ ਤੇ ਕਾਰਆਮਦ ਉਪਕਰਨ ਕਮਰੇ ਵਿੱਚ ਲੈ ਆਇਆ ਹਾਂ। ਹੁਣ ਮੈਂ ਕਮਰੇ ਦੇ ਅੰਦਰ ਹੀ ਦਿਨ ਰਾਤ ਬਣਾ ਸਕਦਾ ਹਾਂ। ਬਸਤੀ ਦਾ ਉਹ ਹਿੱਸਾ ਜਿੱਥੇ ਮੈਂ ਇੱਕ ਵੱਡੇ ਸਾਹਿਤਕਾਰ ਦਾ ਚਿਹਰਾ ਪਾ ਕੇ ਤੇ ਉਸਦੇ ਨਾਲ ਮੇਲ ਖਾਂਦਾ ਲਿਬਾਸ ਪਾ ਕੇ ਘੁੰਮ ਰਿਹਾ ਸੀ, ਉਹ ਹਿੱਸਾ ਲੱਗਦਾ ਸੀ ਵੱਡੇ ਲੋਕਾਂ ਦੇ ਰਹਿਣ ਦਾ ਹੈ। ਉੱਥੇ ਬਹੁਤ ਕੀਮਤੀ ਮਕਾਨ ਸਨ। ਸ਼ੋਰ ਘੱਟ ਸੀ। ਟਾਵਾਂ ਟਾਵਾਂ ਆਦਮੀ ਤੁਰਦਾ ਫਿਰਦਾ ਦਿਸ ਰਿਹਾ ਸੀ। ਅਚਾਨਕ ਇੱਕ ਆਦਮੀ ਦਿਸ ਪਿਆ। ਉਹ ਇੱਕ ਮਸ਼ੀਨ ਤੇ ਬੈਠਾ ਸੀ ਤੇ ਵਿਚਾਰਾਂ ਵਿੱਚ ਰੁੱਝਿਆ ਜਾਪਦਾ ਸੀ। ਮੈਂ ਉਸਦੇ ਕੋਲ ਜਾ ਕੇ ਖਲੋ ਗਿਆ। ਉਸ ਆਦਮੀ ਨੂੰ ਮੇਰੇ ਕੋਲ ਖਲੋਣ ਦਾ ਅਹਿਸਾਸ ਠੀਕ ਨਾ ਹੋਇਆ। ਮੈਂ ਸੋਚਿਆ ਕਿ ਇਸ ਨਾਲ ਗੱਲ ਕਰਕੇ ਵੇਖ ਲਵਾਂ। ਮੈਂ ਉਸਨੂੰ ਕਿਹਾ, ਤੂੰ ਬਸਤੀ ਦੇ ਇਸ ਭਾਗ ਦਾ ਰਹਿਣ ਵਾਲਾ ਹੈ? ਨਹੀਂ, ਮੈਂ ਕਿਸੇ ਵੀ ਭਾਗ ਦਾ ਰਹਿਣ ਵਾਲਾ ਨਹੀਂ। ਪਰ ਤੂੰ ਇਹ ਗੱਲ ਕਿਉਂ ਪੁੱਛ ਰਿਹਾ ਹੈ? ਕੀ ਅਧਿਕਾਰ ਹੈ ਤੈਨੂੰ? ਕੋਈ ਅਧਿਕਾਰ ਨਹੀਂ, ਮੈਂ ਕਿਹਾ। ਮੈਂ ਤਾਂ ਇੱਕ ਦੁਕਾਨ ਲੱਭ ਰਿਹਾ ਹਾਂ ਜਿੱਥੇ ਆਦਮੀ ਦਾ ਕਾਇਆ ਕਲਪ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਆਦਮੀ ਵੱਡੇ ਤੋਂ ਵੱਡਾ ਹੋਰ ਵੱਡਾ ਹੁੰਦਾ ਜਾਂਦਾ ਹੈ। ਉਹ ਫਿਰ ਕਦੀ ਵੀ ਛੋਟਾ ਨਹੀਂ ਹੁੰਦਾ। ਇਸ ਕੰਮ ਲਈ ਦੁਕਾਨ ਲੱਭਣ ਦੀ ਲੋੜ ਨਹੀਂ। ਬਹੁਤ ਮਾਮੂਲੀ ਕੰਮ ਹੈ। ਉਸਨੇ ਐਵੇਂ ਕਹਿ ਦਿੱਤਾ ਜਿਵੇਂ ਇਹ ਗੱਲ ਦੋ ਪੱਤਰ ਵੇਲ ਕੇ ਲਾਣ ਬਰਾਬਰ ਹੋਵੇ, ਜਾਂ ਫਿਰ ਇਹ ਕੰਮ ਨਹੀਂ, ਫੂਕ ਮਾਰਨ ਵਾਲੀ ਗੱਲ ਹੈ। ਮੈਂ ਝੱਟ ਹੀ ਉਸਨੂੰ ਕਿਹਾ, ਜੇਕਰ ਕੋਈ ਵੱਡੀ ਗੱਲ ਨਹੀਂ ਤਾਂ ਮੈਨੂੰ ਰਸਤਾ ਦੱਸ ਕੇ ਮੇਰੀ ਦੁਵਿਧਾ ਦੂਰ ਕਰ ਦੇ। ਮੈਂ ਆਪ ਹੀ ਕਰ ਸਕਦਾ ਹਾਂ, ਪਰ ਇੱਕ ਸ਼ਰਤ ਹੈ। ਦੱਸ, ਕੀ ਸ਼ਰਤ ਹੈ? ਮੈਂ ਪੂਰੀ ਕਰਾਂਗਾ, ਮੈਂ ਉਤਾਵਲੇ ਸੁਰ ਵਿੱਚ ਕਿਹਾ। ਤੈਨੂੰ ਜੇਕਰ ਇਹ ਪਤਾ ਲੱਗ ਜਾਵੇ ਕਿ ਇਹ ਕਰਿਸ਼ਮਾ ਕਿਵੇਂ ਕਰਦੇ ਹਨ ਤਾਂ ਤੂੰ ਆਪ ਨਹੀਂ ਕਰੇਗਾ। ਮੈਂ ਤਾਂ ਡਰ ਹੀ ਗਿਆ ਸੀ ਕਿ ਪਤਾ ਨਹੀਂ ਕਿਤਨੀ ਵੱਡੀ ਸ਼ਰਤ ਦੱਸ ਦਵੇ। ਇਹ ਤਾਂ ਬਹੁਤ ਸੌਖਾ ਕੰਮ ਹੈ। ਮੈਨੂੰ ਤਾਂ ਆਪਣੀ ਤਾਂਘ ਹੈ। ਮੈਨੂੰ ਹੋਰ ਕਿਸੇ ਨਾਲ ਕੀ। ਮੈਂ ਪੱਕੇ ਸ਼ਬਦਾਂ 'ਚ ਹਾਂ। ਜਿਸ ਮਸ਼ੀਨ ਤੇ ਉਹ ਬੈਠਾ ਸੀ ਉਸਨੇ ਉਹ ਚੁੱਕ ਲਈ ਤੇ ਮੈਨੂੰ ਕਿਹਾ, ਆ ਜਾ ਮੇਰੇ ਪਿੱਛੇ ਪਿੱਛੇ। ਸੱਜੇ ਖੱਬੇ ਵੇਖਣ ਦੀ ਕੋਈ ਲੋੜ ਨਹੀਂ। ਉਹ ਅੱਗੇ ਤੇ ਮੈਂ ਪਿੱਛੇ। ਅਸੀਂ ਇੱਕ ਹਾਲ ਕਮਰੇ 'ਚ ਪਹੁੰਚ ਗਏ। ਬਹੁਤ ਵੱਡੇ ਹਾਲ ਕਮਰੇ 'ਚ, ਜਿਸ ਦੀ ਛੱਤ, ਕੰਧਾਂ, ਦਰਵਾਜ਼ੇ ਸਭ ਚਿੱਟੇ ਸਨ। ਹਾਲ ਦੇ ਵਿੱਚ ਕਈ ਆਕਾਰਾਂ ਦੇ ਛੋਟੇ ਵੱਡੇ ਉਪਕਰਨ ਤੇ ਮਸ਼ੀਨਾਂ ਪਈਆਂ ਸਨ। ਮੈਨੂੰ ਉਹ ਸਾਰੇ ਹੀ ਇੱਕੋ ਜਿਹੇ ਦਿਸ ਰਹੇ ਸਨ। ਉਸਨੇ ਉਪਕਰਨ ਇੱਕ ਪਾਸੇ ਧਰ ਦਿੱਤੇ ਤੇ ਮੈਨੂੰ ਕਿਹਾ, ਹਾਂ, ਤੇ ਤੂੰ ਕਿਤਨਾ ਵੱਡਾ ਤੇ ਕਿਤਨਾ ਛੋਟਾ ਹੋਣਾ ਚਾਹੁੰਦਾ ਹੈ? ਮੈਂ ਤੈਨੂੰ ਕਿਹਾ ਹੈ ਕਿ ਮੈਂ ਛੋਟਾ ਤਾਂ ਹੋਣਾ ਹੀ ਨਹੀਂ ਚਾਹੁੰਦਾ। ਮੈਂ ਤਾਂ ਇਤਨਾ ਵੱਡਾ ਹੋ ਜਾਣਾ ਚਾਹੁੰਦਾ ਹਾਂ ਕਿ ਫਿਰ ਛੋਟਾ ਹੀ ਨਾ ਹੋ ਸਕਾਂ। ਵੇਖ ਤੇ ਸਮਝਣ ਦਾ ਯਤਨ ਕਰ।
ਤੂੰ ਜਿੰਨਾ ਵੱਡਾ ਮਰਜ਼ੀ ਹੋ ਜਾਵੇਂ, ਪਰ ਫਿਰ ਵੀ ਬਸਤੀ ਵਿੱਚ ਤੇਰੇ ਕੋਲੋਂ ਵੱਡਾ ਕੋਈ ਨਾ ਕੋਈ ਨਿਕਲ ਹੀ ਆਵੇਗਾ। ਇਹੋ ਗੱਲ ਛੋਟੇ ਬਾਰੇ ਵੀ ਹੈ। ਕੋਈ ਨਹੀਂ ਕਹਿ ਸਕਦਾ ਕਿ ਉਹ ਸਭ ਤੋਂ ਛੋਟਾ ਹੋ ਗਿਆ ਹੈ। ਉਸ ਤੋਂ ਛੋਟਾ ਕੋਈ ਨਾ ਕੋਈ ਨਿਕਲ ਆਵੇਗਾ। ਮੈਂ ਇੱਕ ਨਵੀਂ ਦੁਵਿਧਾ ਵਿੱਚ ਘਿਰ ਗਿਆ। ਮੈਂ ਚਾਹੁੰਦਾ ਸੀ ਕਿ ਮੈਂ ਇਸ ਤੋਂ ਬਾਅਦ ਛੋਟਾ ਹੀ ਨਾ ਹੋ ਸਕਾਂ, ਪਰ ਉਹ ਕੁਝ ਹੋਰ ਹੀ ਕਹਿ ਰਿਹਾ ਸੀ। ਸੋਚ ਵਿਚਾਰ ਕੇ ਮੈਂ ਕਿਹਾ, ਤੂੰ ਮੈਨੂੰ ਜਿੰਨਾ ਵੱਡਾ ਬਣਾ ਸਕਦਾ ਹੈ ਬਣਾ ਦੇ, ਬਸ। ਹਾਲ ਵਿੱਚ ਇੱਕ ਪਾਸੇ ਦੀ ਕੰਧ ਦੇ ਨਾਲ-ਨਾਲ ਵੱਖ-ਵੱਖ ਕੱਦ ਦੀਆਂ ਪੌੜੀਆਂ ਬਣੀਆਂ ਸਨ। ਉਸਨੇ ਮੈਨੂੰ ਕਿਹਾ, ਮੈਂ ਕੰਧ ਵਾਲੇ ਪਾਸੇ ਮੂੰਹ ਕਰਕੇ ਕਿਸੇ ਇੱਕ ਪੌੜੀ ਤੇ ਖਲੋ ਜਾਵਾਂ। ਮੈਂ ਖਲੋ ਗਿਆ। ਉਸਨੇ ਇੱਕ ਉਪਕਰਨ ਚਾਲੂ ਕੀਤਾ। ਉਸ ਉਪਕਰਨ ਵਿੱਚੋਂ ਰੌਸ਼ਨੀ ਨਿਕਲਣ ਲੱਗੀ। ਫਿਰ ਇਤਨੀ ਰੌਸ਼ਨੀ ਹੋ ਗਈ ਜਿਵੇਂ ਕਮਰੇ ਵਿੱਚ ਦਿਨ ਚੜ੍ਹ ਗਿਆ ਹੋਵੇ। ਫਿਰ ਮੈਨੂੰ ਉਸਨੇ ਉਸ ਉਪਕਰਨ ਦੀ ਲੋ ਦਾ ਕੇਂਦਰ ਬਣਾਇਆ। ਮੇਰੇ ਕੋਲੋਂ ਵੱਡਾ ਮੇਰਾ ਪਰਛਾਵਾਂ ਕੰਧ ਤੇ ਉਭਰਿਆ। ਉਹ ਪਰਛਾਵਾਂ ਵੱਡਾ ਹੁੰਦਾ ਗਿਆ, ਪਰ ਇੱਕ ਉਚਾਈ ਤੇ ਪਹੁੰਚ ਕੇ ਮੇਰੇ ਪਰਛਾਵੇਂ ਦਾ ਕੱਦ ਰੁਕ ਗਿਆ। ਉਸਨੇ ਕਿਹਾ, ਦੀਵਾਰ ਤੇ ਵੇਖ, ਤੂੰ ਕਿੰਨਾ ਵੱਡਾ ਹੋ ਗਿਆ ਹੈ। ਹਾਂ, ਮੈਂ ਵੱਡਾ ਹੋ ਗਿਆ ਹਾਂ, ਪਰ ਇਹ ਮੈਂ ਨਹੀਂ, ਮੇਰਾ ਪਰਛਾਵਾਂ ਵੱਡਾ ਹੋ ਕੇ ਦਿਸ ਰਿਹਾ ਹੈ। ਉਹ ਆਦਮੀ ਇਤਨੇ ਉੱਚੇ ਸੁਰ ਵਿੱਚ ਹੱਸਿਆ ਕਿ ਮੈਂ ਡਰ ਗਿਆ। ਮੈਂ ਪੁੱਛਿਆ, ਕੀ ਹੋ ਗਿਆ ਹੈ? ਤੇਰਾ ਜ਼ਹਿਨੀ ਸੰਤੁਲਨ ਮੈਨੂੰ ਠੀਕ ਨਹੀਂ ਜਾਪਦਾ। ਬਸਤੀ ਵਿੱਚ ਅੱਜ-ਕੱਲ੍ਹ ਉਹੀ ਵੱਡਾ ਹੈ ਜਿਸ ਦਾ ਪਰਛਾਵਾਂ ਵੱਡਾ ਹੈ। ਜਿਤਨੀ ਵੱਡੀ ਲੋ ਆਦਮੀ ਦੇ ਪਿੱਛੇ, ਉਤਨਾ ਵੱਡਾ ਪਰਛਾਵਾਂ। ਫਿਰ ਉਸਨੇ 2-3 ਉਪਕਰਨ ਹੋਰ ਵਰਤੇ। ਉਹ ਮੇਰਾ ਪਰਛਾਵਾਂ ਘਟਾਉਂਦੇ ਗਏ। ਆਖਰ ਵਿੱਚ ਇੱਕ ਉਪਕਰਨ ਦੀ ਲੋ ਬਹੁਤ ਘੱਟ ਸੀ। ਉਹ ਉਸਨੂੰ ਦੂਰ ਲੈ ਗਿਆ ਤੇ ਬੋਲਿਆ, ਲੋ ਕਮਜ਼ੋਰ ਤੇ ਦੂਰ ਹੋਵੇ ਤਾਂ ਪਰਛਾਵਾਂ ਬਣਦਾ ਹੀ ਨਹੀਂ। ਜੇਕਰ ਬਣਿਆ ਵੀ ਤਾਂ ਬਹੁਤ ਨਿੰਮਾ ਬਣੇਗਾ। ਕਿਸੇ ਨੂੰ ਉਹ ਦਿਸੇਗਾ ਹੀ ਨਹੀਂ। ਮੈਂ ਉਸਦਾ ਧੰਨਵਾਦ ਕੀਤਾ ਕਿ ਉਸਨੇ ਮੈਨੂੰ ਬਹੁਤ ਵੱਡਾ ਬਣਾਇਆ ਹੈ। ਮੈਂ ਤੇਜ਼-ਤੇਜ਼ ਤੁਰਦਾ ਆਪਣੇ ਕਮਰੇ ਵਿੱਚ ਆਇਆ। ਚਿਹਰਾ ਤੇ ਲਿਬਾਸ ਉਤਾਰੇ ਤੇ ਉਸ ਆਦਮੀ ਨੂੰ ਬੁਲਾਉਣ ਲਈ ਕਮਰੇ ਵਿੱਚ ਗਿਆ। ਉਹ ਕੰਮ ਨਹੀਂ ਸੀ ਕਰ ਰਿਹਾ, ਚੁੱਪਚਾਪ ਬੁੱਤ ਜਿਹਾ ਬਣ ਕੇ ਖਿਲਾਅ ਵਿੱਚ ਵੇਖ ਰਿਹਾ ਸੀ। ਮੈਂ ਕਿਹਾ, ਤੂੰ ਮੇਰੇ ਕਮਰੇ ਵਿੱਚ ਚੱਲ, ਮੈਂ ਤੈਨੂੰ ਇੱਕ ਚਮਤਕਾਰ ਦੱਸਣਾ ਹੈ। ਕੀ ਚਮਤਕਾਰ ਹੈ? ਉਸਨੇ ਪੁੱਛਿਆ। ਕਮਰੇ ਵਿੱਚ ਚੱਲ ਕੇ ਦੱਸਾਂਗਾ, ਮੈਂ ਕਿਹਾ। ਉਹ ਮੇਰੇ ਨਾਲ ਮੇਰੇ ਕਮਰੇ ਵਿੱਚ ਆ ਗਿਆ। ਮੈਂ ਲੋ ਵਾਲਾ ਉਪਕਰਨ ਚਲਾਇਆ। ਲੋ ਵਧਣ ਲੱਗੀ। ਉਸਨੇ ਪੁੱਛਿਆ, ਕੀ ਕਰਨ ਲੱਗਾ ਹੈ ਤੂੰ? ਤੂੰ ਵੇਖਦਾ ਜਾ। ਹੁਣ ਤੂੰ ਦੀਵਾਰ ਤੋਂ 2 ਕਦਮ ਛੱਡ ਕੇ ਖਲੋ ਜਾ ਤੇ ਆਪਣਾ ਮੂੰਹ ਦੀਵਾਰ ਵੱਲ ਕਰ ਲੈ। ਪਰ ਇਹ ਸਭ ਕੁਝ ਕਰਨ ਨਾਲ ਹੋਏਗਾ ਕੀ? ਹੋਵੇਗਾ ਇਹ ਕਿ ਤੂੰ ਵੱਡਾ ਆਦਮੀ ਬਣ ਜਾਵੇਂਗਾ। ਮੈਂ ਤੈਨੂੰ ਵੱਡਾ ਆਦਮੀ ਬਣਾ ਰਿਹਾ ਹਾਂ। ਉਸ ਆਦਮੀ ਨੇ ਠਹਾਕਾ ਮਾਰਿਆ। ਤੂੰ ਮੈਨੂੰ ਵੱਡਾ ਆਦਮੀ ਬਣਾ ਰਿਹਾ ਹੈ? ਉਹ ਕਿਵੇਂ ਤੇ ਕਿਉਂ? ਮੈਂ ਤੈਨੂੰ ਰੌਸ਼ਨੀ ਵਾਲੇ ਉਪਕਰਨ ਦਾ ਚਮਤਕਾਰ ਦਿਖਾਣਾ ਚਾਹੁੰਦਾ ਹਾਂ। ਕੀ ਚਮਤਕਾਰ ਹੈ ਇਸ ਵਿੱਚ? ਉਹ ਫਿਰ ਹੱਸਿਆ। ਇਸ ਦੀ ਲੋ ਤੇਰਾ ਪਰਛਾਵਾਂ ਉਭਾਰੇਗੀ। ਬਹੁਤ ਵੱਡਾ ਪਰਛਾਵਾਂ। ਤੂੰ ਬਹੁਤ ਵੱਡਾ ਹੋ ਜਾਏਗਾ। ਵੱਡੇ ਪਰਛਾਵੇਂ ਕਰਕੇ ਮੈਂ ਵੱਡਾ ਹੋ ਜਾਵਾਂਗਾ। ਤੂੰ ਇਹ ਕੀ ਕਹਿ ਰਿਹਾ ਹੈ? ਜਾਪਦਾ ਹੈ ਤੂੰ ਕਿਸੇ ਸ਼ਦਾਈ ਨੂੰ ਇਹ ਸਭ ਕਰਦਿਆਂ ਵੇਖ ਕੇ ਆਇਆ ਹੈ। ਹਾਂ, ਵੇਖ ਆਇਆ ਹਾਂ। ਬਸਤੀ ਦਾ ਨਿਯਮ ਹੈ ਕਿ ਜਿਸ ਆਦਮੀ ਦਾ ਪਰਛਾਵਾਂ ਵੱਡਾ ਹੈ, ਜਿਸ ਦੇ ਪਿੱਛੇ ਵੱਡੀ ਰੌਸ਼ਨੀ ਹੈ, ਉਹੀ ਵੱਡਾ ਹੈ। ਤੂੰ ਠੀਕ ਕਹਿ ਰਿਹਾ ਹੈ, ਪਰ ਇੱਕ ਗੱਲ ਹੈ, ਆਦਮੀ ਦਾ ਵੱਡਾਪਨ ਉਪਕਰਨ ਤੇ ਉਸਦੀ ਲੋ ਦੇ ਹੱਥ ਵਿੱਚ ਹੋਇਆ ਨਾ। ਉਹ ਤਾਂ ਹੈ, ਉਪਕਰਨ ਬਹੁਤ ਜ਼ਰੂਰੀ ਹੈ, ਮੈਂ ਕਿਹਾ। ਫਿਰ ਮੈਂ ਇਹ ਕਹਾਂਗਾ ਕਿ ਨਾ ਤੇ ਆਦਮੀ ਵੱਡਾ ਹੈ, ਨਾ ਹੀ ਪਰਛਾਵਾਂ। ਉਪਕਰਨ ਤੇ ਯੰਤਰ ਵੱਡਾ ਹੈ। ਤੇ ਜੇਕਰ ਤੇਰੇ ਕੋਲ ਉਪਕਰਨ ਹੈ, ਯੰਤਰ ਹੈ, ਤਾਂ ਤੂੰ ਬਹੁਤ ਵੱਡਾ ਹੈ। ਮੇਰੇ ਕੋਲ ਨਹੀਂ ਹੈ। ਮੈਂ ਛੋਟਾ ਹਾਂ, ਕਿਉਂ ਜੋ ਮੇਰੇ ਕੋਲ ਯੰਤਰ ਉਪਕਰਨ ਕੁਝ ਨਹੀਂ ਹੈ। ਤੂੰ ਵੀ ਇੱਕ ਉਪਕਰਨ ਕਿਉਂ ਨਹੀਂ ਲੈ ਆਂਦਾ? ਵੱਡਾ ਕਿਉਂ ਨਹੀਂ ਹੋ ਜਾਂਦਾ? ਕੁਝ ਲੋਕ ਆਪ ਵੱਡਾ ਬਣ ਕੇ ਖੁਸ਼ ਹੁੰਦੇ ਹਨ। ਕੁਝ ਲੋਕ ਦੂਜਿਆਂ ਨੂੰ ਵੱਡੇ ਹੁੰਦਿਆਂ ਵੇਖ ਕੇ ਖੁਸ਼ ਹੋ ਜਾਂਦੇ ਹਨ। ਮੈਂ ਉਹਨਾਂ ਵਿੱਚੋਂ ਹੀ ਹਾਂ ਜੋ ਦੂਜਿਆਂ ਨੂੰ ਵੱਡਿਆਂ ਵੇਖ ਕੇ ਖੁਸ਼ ਹਨ। ਮੈਂ ਤੈਨੂੰ ਵੱਡਾ ਵੇਖ ਕੇ ਖੁਸ਼ ਹਾਂ, ਬਹੁਤ ਖੁਸ਼। ਤੂੰ ਰੋਜ਼ ਉਸ ਉਪਕਰਨ ਦਾ ਪ੍ਰਯੋਗ ਕਰਦਾ ਜਾਵੇਂਗਾ, ਹੋਰ ਵੱਡਾ ਹੋ ਜਾਵੇਂਗਾ। ਮੈਂ ਹੋਰ ਖੁਸ਼ ਹੁੰਦਾ ਜਾਵਾਂਗਾ, ਹੋਰ ਖੁਸ਼ ਹੁੰਦਾ ਜਾਵਾਂਗਾ। ਮੈਂ ਉਪਕਰਨ ਬੰਦ ਕਰ ਦਿੱਤਾ। ਮੇਰੇ ਜ਼ਿਹਨ ਵਿੱਚ ਬਹੁਤ ਸਾਰੀਆਂ ਗੱਲਾਂ ਘੁੰਮ ਰਹੀਆਂ ਸਨ, ਵਿਸ਼ੇਸ਼ ਕਰਕੇ ਉਸ ਆਦਮੀ ਦੇ ਬਾਰੇ 'ਚ। ਉਹ ਹਰ ਥਾਂ ਤੇ ਮੈਨੂੰ ਹੀ ਵਡਿਆ ਰਿਹਾ ਸੀ, ਵੱਡਾ ਵੇਖਣ ਦੀ ਤਾਂਘ ਕਰ ਰਿਹਾ ਸੀ। ਪਰ ਮੈਂ ਉਸ ਦੇ ਬਾਰੇ 'ਚ ਬਹੁਤ ਘਟੀਆ ਤੇ ਨਿਕੰਮੀਆਂ ਗੱਲਾਂ ਸੋਚੀ ਬੈਠਾ ਸੀ। ਉਹ ਇੱਕ ਮਸ਼ੀਨ ਨੂੰ ਨਜ਼ਰ ਦਾ ਪੁੱਲ ਜਿਹਾ ਪਾ ਕੇ ਵੇਖ ਰਿਹਾ ਸੀ। ਉਸਦੇ ਪੁੱਛਣ ਤੋਂ ਪਹਿਲਾਂ ਹੀ ਮੈਂ ਕਿਹਾ, ਇਹ ਇੱਕ ਬਹੁਤ ਮਾਮੂਲੀ ਮਸ਼ੀਨ ਹੈ,
ਪਰ ਬਹੁਤ ਵੱਡਾ ਕੰਮ ਕਰਦੀ ਹੈ। ਇਹਨਾਂ ਦੀ ਸਹਾਇਤਾ ਨਾਲ ਆਦਮੀ ਕਿਸੇ ਵੀ ਸਮੇਂ ਰੰਗੀਨ ਸੁਪਨੇ ਵੇਖ ਸਕਦਾ ਹੈ। ਇਸ ਆਸ-ਪਾਸ ਦੇ ਵਾਤਾਵਰਣ ਕੋਲੋਂ ਦੂਰ ਜਾ ਸਕਦਾ ਹੈ। ਅੰਬਰ ਉਡਾਰੀਆਂ ਭਰ ਸਕਦਾ ਹੈ। ਵੱਡੇ-ਵੱਡੇ ਕਿਲੇ ਪਲਾਂ ਵਿੱਚ ਬਣਾ ਕੇ ਢਾਹ ਸਕਦਾ ਹੈ। ਉਹ ਸੁਣ ਵੀ ਰਿਹਾ ਸੀ ਤੇ ਸੋਚ ਵੀ ਰਿਹਾ ਸੀ। ਮੈਂ ਪੁੱਛ ਲਿਆ, ਤੂੰ ਕਿਸੇ ਡੂੰਘੀ ਸੋਚ ਵਿੱਚ ਵਿਚਰ ਰਿਹਾ ਹੈ। ਤੂੰ ਠੀਕ ਕਿਹਾ ਹੈ। ਮੈਂ ਸੋਚ ਰਿਹਾ ਹਾਂ, ਹੋਰ ਤਾਂ ਸਭ ਕੁਝ ਇਸ ਕਮਰੇ ਵਿੱਚ ਆ ਗਿਆ, ਪਰ ਇੱਕ ਚੀਜ਼ ਦੀ ਕਮੀ ਹੈ। ਤੇਰੇ ਖਿਆਲ 'ਚ ਉਹ ਕੀ ਚੀਜ਼ ਹੋ ਸਕਦੀ ਹੈ? ਉਸਨੇ ਮੈਨੂੰ ਪ੍ਰਸ਼ਨ ਕੀਤਾ। ਮੈਂ ਚੀਜ਼ਾਂ ਵੇਖਣ ਲੱਗ ਗਿਆ। ਬਹੁਤ ਲੰਮੀ ਚੌੜੀ ਜ਼ਹਿਨੀ ਦੌੜ ਲਗਾਈ, ਪਰ ਉਸ ਚੀਜ਼ ਬਾਰੇ 'ਚ ਨਾ ਸੋਚ ਸਕਿਆ। ਕਹਿ ਨਹੀਂ ਸਕਦਾ ਕਿਸ ਦੀ ਘਾਟ ਹੈ। ਵੈਸੇ ਤਾਂ ਇਸ ਕਮਰੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਘੱਟ ਹਨ। ਉਹ ਐਸੀ ਚੀਜ਼ ਹੈ ਜਿਸ ਦੇ ਆਉਣ ਕਰਕੇ ਬਹੁਤ ਸਾਰੀਆਂ ਕਮੀਆਂ ਪੂਰੀਆਂ ਹੋ ਜਾਂਦੀਆਂ ਹਨ। ਮੈਂ ਤਾੜ ਗਿਆ, ਪਰ ਫਿਰ ਵੀ ਗਲਤ। ਮੈਂ ਕਿਹਾ, ਤੇਰਾ ਇਸ਼ਾਰਾ ਕਿਤੇ ਉਸ ਮਸ਼ੀਨ ਵੱਲ ਤਾਂ ਨਹੀਂ ਜੋ ਆਦਮੀ ਦੀ ਜ਼ਾਤ ਬਦਲ ਦਿੰਦੀ ਹੈ? ਨਹੀਂ, ਉਹ ਮਸ਼ੀਨ ਨਹੀਂ ਹੈ। ਫਿਰ ਇੱਕ ਚੀਜ਼ ਮੈਂ ਹੋਰ ਵੇਖੀ ਹੈ, ਛੇਤੀ ਲੈ ਆਵਾਂਗਾ। ਉਹ ਹੈ ਸ਼ੀਸ਼ਾ। ਵੱਡਾ ਚਮਤਕਾਰੀ ਸ਼ੀਸ਼ਾ ਹੈ। ਉਸ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਦਮੀ ਆਪਣੇ ਬਾਰੇ 'ਚ ਜੋ ਵੀ ਧਾਰਨਾ ਬਣਾਉਂਦਾ ਹੈ, ਵੈਸਾ ਹੀ ਰੂਪ ਉਸਨੂੰ ਸ਼ੀਸ਼ੇ ਵਿੱਚ ਦਿਸ ਪੈਂਦਾ ਹੈ। ਮੈਂ ਔਰਤ ਦੀ ਗੱਲ ਕਰ ਰਿਹਾ ਹਾਂ। ਇਹ ਕਮੀ ਮੈਨੂੰ ਬਹੁਤ ਅਖੜ ਰਹੀ ਹੈ। ਇੱਕ ਖੂਬਸੂਰਤ ਔਰਤ ਦੇ ਇਸ ਕਮਰੇ ਵਿੱਚ ਆਉਣ ਦੀ ਗੱਲ ਕਰ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੂੰ ਛੇਤੀ ਇੱਕ ਬਹੁਤ ਹਸੀਨ ਔਰਤ ਲੈ ਆਵੇਂ। ਇਹ ਵਿਚਾਰ ਮੈਨੂੰ ਪਹਿਲਾਂ ਕਿਉਂ ਨਹੀਂ ਆਇਆ? ਇਸ ਬਾਰੇ ਮੈਂ ਕੁਝ ਵੀ ਸੋਚ ਨਾ ਸਕਿਆ, ਪਰ ਉਸਦਾ ਕਹਿਣਾ ਮੈਨੂੰ ਬਹੁਤ ਸਹੀ ਲੱਗਾ। ਪਰ ਝੱਟ ਹੀ ਮੇਰਾ ਜ਼ਿਹਨ ਥਾਂ-ਥਾਂ ਤੇ ਨੁਕਰੇ-ਨੁਕਰੇ ਘੁੰਮ ਕੇ ਵਾਪਸ ਆ ਗਿਆ। ਮੈਂ ਝੱਟ ਹੀ ਕਿਹਾ, ਮੈਂ ਔਰਤ ਤਾਂ ਲੈ ਆਵਾਂ, ਪਰ ਇੱਕ ਖਤਰਾ ਮਹਿਸੂਸ ਕਰਦਾ ਹਾਂ। ਉਹ ਇੱਥੇ ਆ ਕੇ ਸਭ ਕੁਝ ਦੀ ਮਾਲਕ ਨਾ ਬਣ ਜਾਵੇ ਤੇ ਮੈਂ ਜੋ ਕੁਝ ਵਰਤਣਾ ਹੈ, ਭੋਗਣਾ ਹੈ, ਆਨੰਦ ਲੈਣਾ ਹੈ, ਉਸ ਤੋਂ ਕਿਤੇ ਵੰਚਿਤ ਨਾ ਰਹਿ ਜਾਵਾਂ। ਇਹ ਵੀ ਇੱਕ ਵੱਡਾ ਤੱਥ ਹੈ। ਹੋ ਸਕਦਾ ਹੈ ਇੱਥੇ ਔਰਤ ਦੀ ਹਾਕਮੀ ਤੇ ਮਲਕੀਅਤ ਹੋ ਜਾਵੇ, ਪਰ ਤੂੰ ਤਸਵੀਰ ਦਾ ਇੱਕ ਹੀ ਪੱਖ ਵੇਖ ਰਿਹਾ ਹੈ। ਇਹ ਵੀ ਤਾਂ ਹੋ ਸਕਦਾ ਹੈ ਕਿ ਉਹ ਇੱਥੇ ਆ ਕੇ ਤੇਰੀ ਸਹਾਇਤਾ ਕਰੇ, ਤੇਰੇ ਆਨੰਦ ਦੇ ਅਨੁਭਵਾਂ ਨੂੰ ਵਧਾਵੇ। ਮੈਂ ਬਸਤੀ ਵਿੱਚ ਇੱਕ ਔਰਤ ਲਈ ਘੁੰਮਣ ਲੱਗਾ। ਬਸਤੀ ਵਿੱਚ ਇੱਕ ਪਰੰਪਰਾ ਔਰਤ ਬਾਰੇ ਬਹੁਤ ਪ੍ਰਚਲਿਤ ਸੀ। ਔਰਤ ਬਸਤੀ ਦਾ ਇੱਕ ਐਸਾ ਜੀਵ ਕਿਹਾ ਜਾਂਦਾ ਸੀ ਜੋ ਬਸਤੀ ਨੂੰ ਵੱਡਾ ਕਰਨ ਦੇ ਨਾਲ-ਨਾਲ ਬਸਤੀ ਦੀ ਖੂਬਸੂਰਤੀ ਨੂੰ ਵਧਾਉਂਦਾ ਸੀ। ਪਰ ਇਤਨਾ ਹੋਣ ਤੇ ਵੀ ਹਰ ਆਦਮੀ ਦੀ ਕੋਸ਼ਿਸ਼ ਇਹ ਹੁੰਦੀ ਸੀ ਕਿ ਔਰਤ ਨੂੰ ਕੈਦੀ ਬਣਾ ਕੇ ਰੱਖੇ, ਗੁਲਾਮ ਬਣਾ ਕੇ ਰੱਖੇ। ਪਰ ਇਹ ਪਰੰਪਰਾ ਸਿਰਫ ਕਹਿਣ ਨੂੰ ਹੀ ਰਹਿ ਗਈ ਸੀ। ਯਥਾਰਥ ਇਹ ਸੀ ਕਿ ਔਰਤ ਨੇ ਆਪਣੇ ਗਲੇ, ਲੱਕ ਤੇ ਪੈਰਾਂ 'ਚੋਂ ਜ਼ੰਜੀਰ ਕੱਟ ਕੇ ਆਦਮੀ ਦੇ ਗਲੇ, ਲੱਕ ਤੇ ਪੈਰਾਂ ਵਿੱਚ ਪਾ ਛੱਡੀ ਸੀ। ਹੁਣ ਔਰਤ ਬਸਤੀ ਦਾ ਹੁਸਨ ਸੀ, ਪਰ ਉਸਦੀਆਂ ਆਪਣੀਆਂ ਸ਼ਰਤਾਂ ਤੇ। ਉਹ ਆਦਮੀ ਨੂੰ ਜਨਮ ਦਿੰਦੀ ਸੀ, ਪਰ ਆਪਣੀਆਂ ਸ਼ਰਤਾਂ ਤੇ। ਔਰਤ ਦੀ ਨਵੀਂ ਰਚੀ ਹੋਈ ਪਰੰਪਰਾ ਇਹ ਸੀ ਕਿ ਹੁਣ ਉਹ ਆਪਣੀਆਂ ਸ਼ਰਤਾਂ ਦੇ ਨਾਲ ਆਦਮੀ ਨਾਲ ਰਹਿੰਦੀ ਸੀ ਤੇ ਆਪਣੀਆਂ ਸ਼ਰਤਾਂ ਕਰਕੇ ਹੀ ਵਿਛੜ ਜਾਂਦੀ ਸੀ। ਬਸਤੀ ਵਿੱਚ ਬਹੁਤੇ ਆਦਮੀਆਂ ਦੀ ਇਹ ਸਮੱਸਿਆ ਸੀ ਕਿ ਉਹ ਔਰਤ ਨੂੰ ਆਪਣੇ ਨਾਲ ਰੱਖਣ ਲਈ ਕਿਸੇ ਸਮਝੌਤੇ ਦਾ ਰਸਤਾ ਪਕੜਨ ਜਾਂ ਫਿਰ ਨੀਵਾਂ ਕਰਕੇ ਸਭ ਕੁਝ ਮੰਨਦੇ ਜਾਣ। ਮੈਨੂੰ ਨਾ ਹੀ ਇਸ ਬਾਰੇ ਕਦੀ ਸੋਚਣਾ ਪਿਆ ਸੀ ਤੇ ਨਾ ਹੀ ਮੈਂ ਇਹ ਜਾਣਦਾ ਸੀ ਕਿ ਕਿਸੇ ਔਰਤ ਨੂੰ ਨਾਲ ਲਿਆਉਣ ਤੇ ਰੱਖਣ ਲਈ ਆਪਣਾ ਕੀ ਕਹਿਣਾ ਤੇ ਉਸਦਾ ਕੀ ਸੁਣਨਾ ਹੈ। ਮੈਂ ਬਸਤੀ ਵਿੱਚ ਰੋਜ਼ ਘੁੰਮ ਕੇ ਤੁਰ ਆਂਦਾ ਤੇ ਆ ਕੇ ਕਮਰੇ ਤੇ ਉਸਦੇ ਵਿੱਚ ਇਕੱਠੇ ਕੀਤੇ ਸਮਾਨ ਨੂੰ ਵਰਤਣ ਬਾਰੇ ਸੋਚਣ ਲੱਗਦਾ। ਇੱਕ ਛੋਟੀ ਜਿਹੀ ਮੁਸ਼ਕਿਲ ਪੇਸ਼ ਆ ਰਹੀ ਸੀ। ਮੈਂ ਇਹ ਚਾਹੁੰਦਾ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਸਭ ਕੁਝ ਵਰਤਾਂ ਤੇ ਆਨੰਦ ਦਾ ਅਨੁਭਵ ਕਰਾਂ। ਦੂਜੇ ਪਾਸੇ ਉਸ ਆਦਮੀ ਦਾ ਕਹਿਣਾ ਸੀ ਕਿ ਮੈਨੂੰ ਆਪਣੇ ਅੰਦਰੋਂ ਉੱਠਦੀ ਲੋੜ ਤੇ ਤਾਂਘ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਤਾਂ ਹੀ ਮੈਂ ਚੀਜ਼ਾਂ, ਉਪਕਰਨਾਂ ਤੇ ਮਸ਼ੀਨਾਂ ਰਾਹੀਂ ਸੁੱਖ ਦਾ ਅਨੁਭਵ ਕਰ ਸਕਦਾ ਹਾਂ। ਮੈਂ ਜਿਸ ਵੇਲੇ ਵੀ ਕਿਸੇ ਚੀਜ਼ ਨੂੰ ਵਰਤਣ ਲਈ ਹੱਥ ਵਧਾਉਂਦਾ, ਉਸ ਦੀ ਗੱਲ ਮੈਨੂੰ ਚੇਤੇ ਆ ਜਾਂਦੀ। ਹੁੰਦਾ ਇਹ ਕਿ ਕਦੀ ਤਾਂ ਮੈਂ ਵਰਤਣਾ, ਚਲਾਣਾ ਸ਼ੁਰੂ ਕਰਕੇ ਰਸ ਲੈਣ ਲੱਗ ਜਾਂਦਾ ਤੇ ਕਦੀ ਮੇਰਾ ਹੱਥ ਆਪ ਮੁਹਾਰੇ ਹੀ ਰੁਕ ਜਾਂਦਾ। ਹੱਥ ਰੁਕਣ ਮਗਰੋਂ ਜੇਕਰ ਮੈਂ ਉਸਦੀ ਗੱਲ ਦੀ ਪਰਵਾਹ ਕੀਤੇ ਬਿਨਾਂ ਹੀ ਮਸ਼ੀਨ, ਉਪਕਰਨ ਤੇ ਚੀਜ਼ ਵਰਤਣਾ ਸ਼ੁਰੂ ਹੋ ਜਾਂਦਾ, ਤਾਂ ਮੈਂ ਦੁਵਿਧਾ ਵਿੱਚ ਫਸਿਆ ਨਾ ਹੀ ਰਸ ਲੈ ਸਕਦਾ ਤੇ ਨਾ ਹੀ ਉਸ ਆਦਮੀ ਦੀ ਗੱਲ ਜ਼ਿਹਨ ਵਿੱਚੋਂ ਨਿਕਲਦੀ। ਕੁਝ ਦਿਨ ਤਾਂ ਮੈਂ ਇਸੇ ਤਰ੍ਹਾਂ ਬਿਤਾ ਦਿੱਤੇ, ਪਰ ਇੱਕ ਦਿਨ ਮੈਂ ਇਹ ਸੋਚ ਕੇ ਕਿ ਉਸ ਨੂੰ ਕੁਝ ਪ੍ਰਸ਼ਨ ਪੁੱਛ ਕੇ ਦੁਵਿਧਾ ਵਿੱਚੋਂ ਨਿਕਲ ਜਾਵਾਂ, ਮੈਂ ਉਸ ਕੋਲ ਗਿਆ। ਉਸਦੇ ਕਮਰੇ ਵਿੱਚ ਪੈਰ ਧਰਦਿਆਂ ਹੀ ਮੈਂ ਬੁੱਤ ਜਿਹਾ ਬਣ ਗਿਆ। ਉਹ ਇੱਕ ਆਦਮ ਕੱਦ ਮੂਰਤੀ ਬਣਾਉਣ ਵਿੱਚ ਰੁੱਝਾ ਸੀ। ਮੂਰਤੀ ਇੱਕ ਔਰਤ ਦੀ ਸੀ।
ਮੈਨੂੰ ਮਹਿਸੂਸ ਹੋਇਆ ਕਿ ਮੂਰਤੀ ਤੇ ਜਿੰਦੀ ਔਰਤ ਵਿੱਚ ਬਹੁਤਾ ਅੰਤਰ ਹੁੰਦਾ ਹੈ। ਜਿੰਦੀ ਔਰਤ ਦਾ ਹਰ ਅੰਗ ਹਿਲਦਾ ਹੈ, ਵਜੂਦ ਗਤੀਮਾਨ ਹੁੰਦਾ ਹੈ। ਅੱਖਾਂ, ਬੁੱਲ, ਜ਼ਬਾਨ, ਹੱਥ, ਪੈਰ ਸਭ ਕੁਝ ਚੱਲਦਾ ਹੈ। ਮੂਰਤੀ ਦਾ ਸਭ ਕੁਝ ਸਥਿਰ ਹੁੰਦਾ ਹੈ। ਖਾਸ ਕਰਕੇ ਔਰਤ ਦੀ ਪ੍ਰਤਿਮਾ ਜੇਕਰ ਆਪਣੇ ਪੂਰੇ ਰੂਪ ਨਾਲ ਸਥਿਰ ਹੋਵੇ ਤਾਂ ਉਹ ਆਦਮੀ ਨੂੰ ਸੱਚ ਹੀ ਸਥਿਰ ਕਰਨ ਦੀ ਸ਼ਕਤੀ ਰੱਖਦੀ ਹੈ। ਔਰਤ ਦੀ ਉਹ ਪ੍ਰਤਿਮਾ ਕੀ ਸੋਚਦੀ ਸਥਿਰ ਹੋ ਗਈ ਸੀ? ਉਸ ਮੂਰਤੀ ਵਿੱਚ ਇਹ ਕੀ ਕਮਾਲ ਸੀ? ਮੇਰੀ ਨਜ਼ਰ ਮੂਰਤੀ ਦੇ ਵਜੂਦ ਤੇ ਸਫ਼ਰ ਕਰ ਕਰਕੇ ਪਰੇਸ਼ਾਨ ਹੋ ਰਹੀ ਸੀ। ਉਸ ਪ੍ਰਤਿਮਾ ਵਿੱਚ ਰੁਕ ਕੇ ਸੋਚਣਾ ਇਤਨਾ ਪੇਚੀਦਾ ਸੀ ਕਿ ਮੈਨੂੰ ਉਸ ਆਦਮੀ ਦੇ ਬੋਲ ਹੀ ਨਾ ਸੁਣ ਹੋਏ। ਉਹ ਉੱਠ ਕੇ ਮੇਰੇ ਕੋਲ ਆ ਚੁੱਕਿਆ ਸੀ ਤੇ ਮੈਨੂੰ ਜਿਵੇਂ ਜਗਾ ਰਿਹਾ ਸੀ। ਕੀ ਹੋ ਗਿਆ ਹੈ ਤੈਨੂੰ? ਇਹ ਤਾਂ ਮਿੱਟੀ ਹੈ, ਮਿੱਟੀ ਦੀ ਪ੍ਰਤਿਮਾ ਹੈ। ਤੂੰ ਗਵਾਚ ਕਿਉਂ ਗਿਆ ਹੈ? ਮੈਂ ਗਵਾਚਾ ਨਹੀਂ ਹਾਂ, ਇੱਕ ਨਤੀਜੇ ਤੇ ਪਹੁੰਚ ਗਿਆ ਹਾਂ ਕਿ ਮੈਂ ਕਦੇ ਵੀ ਕਿਸੇ ਔਰਤ ਨੂੰ ਆਪਣੇ ਕਮਰੇ ਵਿੱਚ ਨਹੀਂ ਲਿਆਵਾਂਗਾ। ਉਸਨੇ ਮੈਨੂੰ ਸਿਰ ਤੋਂ ਪੈਰਾਂ ਤੀਕ 3-4 ਵਾਰੀ ਵੇਖਿਆ। ਫਿਰ ਪਰੇਸ਼ਾਨੀ ਦੇ ਲਹਿਜ਼ੇ ਵਿੱਚ ਕਿਹਾ, ਕੀ ਕਹਿ ਰਿਹਾ ਹੈ ਤੂੰ? ਕਿਉਂ ਨਹੀਂ ਲਿਆਵੇਂਗਾ ਔਰਤ ਨੂੰ? ਨਹੀਂ ਲਿਆਵਾਂਗਾ, ਮੈਂ ਠੋਸ ਲਹਿਜ਼ੇ ਵਿੱਚ ਕਿਹਾ। ਬਸਤੀ ਵਿੱਚ ਐਸੀ ਔਰਤ ਦਾ ਮਿਲਣਾ ਅਸੰਭਵ ਹੈ। ਔਰਤ ਐਸੀ ਹੁੰਦੀ ਹੈ, ਇਸ ਦੀ ਇੱਕ ਚਮਕ ਇਸ ਮੂਰਤ ਨੇ ਦਿੱਤੀ ਹੈ। ਪਰ ਮੈਂ ਤਾਂ ਇਹ ਮੂਰਤੀ ਹੋਰ ਮਕਸਦ ਲੈ ਕੇ ਬਣਾਈ ਹੈ। ਇੱਕ ਤਾਂ ਜਿਸ ਦਿਨ ਮੈਂ ਤੈਨੂੰ ਇੱਕ ਔਰਤ ਲਿਆਉਣ ਲਈ ਕਿਹਾ ਸੀ, ਉਸੇ ਦਿਨ ਮੈਂ ਆਪਣੇ ਬਾਰੇ 'ਚ ਫੈਸਲਾ ਕਰ ਲਿਆ ਸੀ ਕਿ ਜੇਕਰ ਮੈਨੂੰ ਔਰਤ ਦੀ ਪ੍ਰਤਿਮਾ ਬਣਾਉਣੀ ਪਵੇ ਤਾਂ ਕੈਸੀ ਤੇ ਕਿਤਨੀ ਵੱਡੀ ਬਣਾ ਸਕਾਂਗਾ। ਤੇ ਦੂਜਾ, ਇਸ ਮੂਰਤੀ ਨੂੰ ਵੇਖ ਕੇ ਸ਼ਾਇਦ ਤੇਰੇ ਜ਼ਿਹਨ ਵਿੱਚ ਇਹ ਤਾਂਘ ਹੋਰ ਤੀਬਰ ਹੋ ਜਾਵੇ ਤੇ ਤੂੰ ਛੇਤੀ ਇੱਕ ਔਰਤ ਲੈ ਆਵੇਂ। ਪਰ ਤੂੰ ਤਾਂ ਉਲਟ ਕਹਿ ਰਿਹਾ ਹੈ। ਮੈਂ ਉਲਟ ਨਹੀਂ ਕਹਿ ਰਿਹਾ। ਤੇਰੀ ਇਹ ਪ੍ਰਤਿਮਾ ਮੇਰੇ ਤੋਂ ਉਲਟ ਦਿਸ ਰਹੀ ਹੈ। ਇਤਨੀ ਖੂਬਸੂਰਤ ਤੇ ਗੰਭੀਰ ਔਰਤ ਕਿਤੇ ਨਹੀਂ ਲੱਭ ਸਕਦੀ। ਸੁਣ ਕੇ ਉਹ ਹੱਸ ਪਿਆ। ਜੇਕਰ ਐਸੀ ਔਰਤ ਕਿਤੇ ਲੱਭ ਹੀ ਨਹੀਂ ਸਕਦੀ ਤਾਂ ਮੈਂ ਕਿਵੇਂ ਬਣਾ ਲਈ ਹੈ? ਮੈਂ ਇਸ ਨੂੰ ਕਿਵੇਂ ਵੇਖ ਲਿਆ ਹੈ? ਇਹੀ ਗੱਲ ਮੈਂ ਤੇਰੇ ਤੋਂ ਪੁੱਛਣਾ ਚਾਹਨਾ ਹਾਂ। ਕਿੱਥੇ ਹੈ ਐਸੀ ਔਰਤ ਜੋ ਤੂੰ ਵੇਖੀ ਤੇ ਬਣਾ ਦਿੱਤੀ ਹੈ? ਕਿੱਥੇ ਹੈ? ਉਸਦੇ ਚਿਹਰੇ ਤੋਂ ਮੈਨੂੰ ਲੱਗਾ ਕਿ ਉਹ ਗੰਭੀਰ ਨਹੀਂ ਹੈ। ਉਹ ਹੌਲੀ-ਹੌਲੀ ਮੁਸਕਰਾ ਰਿਹਾ ਸੀ ਤੇ ਮੇਰੇ ਵੱਲ ਵੇਖ ਰਿਹਾ ਸੀ। ਮੈਂ ਸੋਚ ਨਹੀਂ ਸਕਦਾ। ਜੇਕਰ ਮੇਰੇ ਵਿੱਚ ਸੋਚਣ ਦੀ ਸ਼ਕਤੀ ਹੋਵੇ, ਮੈਂ ਤਾਂ ਵੀ ਸੋਚਣ ਲਈ ਤਿਆਰ ਨਹੀਂ ਹਾਂ। ਮੇਰਾ ਇੱਕ ਨਿਸ਼ਚਾ ਹੈ, ਜੋ ਮੇਰੀ ਕਲਾ ਦਾ ਨਿਸ਼ਚਾ ਬਣ ਚੁੱਕਿਆ ਹੈ। ਜੋ ਚੀਜ਼, ਜੋ ਸੁੰਦਰਤਾ, ਜੋ ਹਕੀਕਤ ਕਿਤੇ ਵੀ ਨਹੀਂ ਹੈ, ਉਹੀ ਸੁੰਦਰਤਾ ਹੈ, ਉਹੀ ਹਕੀਕੀ ਹੈ, ਉਹੀ ਆਕਰਸ਼ਣ ਹੈ ਤੇ ਖੂਬਸੂਰਤੀ ਹੈ। ਇਹ ਪ੍ਰਤਿਮਾ ਉਸ ਔਰਤ ਦੀ ਹੈ ਜੋ ਕਿਤੇ ਵੀ ਨਹੀਂ, ਇਸੇ ਲਈ ਤੈਨੂੰ ਬਹੁਤ ਆਕਰਸ਼ਕ ਲੱਗ ਰਹੀ ਹੈ। ਮੇਰੇ ਕਹਿਣ ਦੇ ਅਨੁਸਾਰ ਜੇਕਰ ਤੂੰ ਇਹ ਨਿਰਣਾ ਕਰ ਲਿਆ ਤਾਂ ਤੂੰ ਕਦੇ ਵੀ ਨਾ ਤੇ ਔਰਤ ਦਾ ਵਿਸ਼ਾ ਬਣ ਸਕਦਾ ਹੈ ਤੇ ਨਾ ਹੀ ਔਰਤ ਨੂੰ ਆਪਣਾ ਵਿਸ਼ਾ ਬਣਾ ਸਕਦਾ ਹੈ। ਇੱਕ ਹੋਰ ਸਮੱਸਿਆ ਉਸ ਆਦਮੀ ਨੇ ਮੇਰੇ ਜ਼ਿਹਨ ਵਿੱਚ ਭਰ ਦਿੱਤੀ। ਪ੍ਰਤਿਮਾ ਜਿਹੀ ਔਰਤ ਨਹੀਂ ਹੈ ਤੇ ਔਰਤ ਜਿਹੀ ਪ੍ਰਤਿਮਾ ਨਹੀਂ ਹੈ। ਮੈਂ ਆਪਣੇ ਜ਼ਿਹਨ ਤੇ ਜ਼ੋਰ ਪਾਇਆ ਕਿ ਸਮੱਸਿਆ ਦਾ ਹੱਲ ਲੱਭ ਸਕਾਂ। ਇੱਕ ਨਿਸ਼ਕਰਸ਼ ਤੇ ਪਹੁੰਚਿਆ। ਉਹ ਵਸਤੂ ਜਿਸ ਦਾ ਸਿਰਫ ਆਕਾਰ ਹੀ ਆਦਮੀ ਦੇ ਜ਼ਿਹਨ ਵਿੱਚ ਘਰ ਕਰ ਜਾਵੇ, ਪਰ ਉਹ ਕਿਤਿਓਂ ਵੀ ਉਪਲਬਧ ਨਾ ਹੋਵੇ, ਉਸਦਾ ਕੋਈ ਪ੍ਰਤੀਰੂਪ ਜਾਂ ਨਕਲ ਲੱਭ ਲੈਣ ਵਿੱਚ ਹੀ ਸੁੱਖ ਦਾ ਅਨੁਭਵ ਕਰ ਲਿਆ ਜਾਵੇ। ਇੱਕ ਗੱਲ ਉਸ ਆਦਮੀ ਨਾਲ ਹੋਰ ਸਾਫ਼ ਕਰ ਲਈ ਕਿ ਜੇਕਰ ਮੈਂ ਕਿਸੇ ਔਰਤ ਨੂੰ ਨਾਲ ਰੱਖਣਾ ਹੈ ਤਾਂ ਸ਼ਰਤ ਉਸਦੀ ਹੋਵੇਗੀ ਜਾਂ ਮੇਰੀ। ਉਸਨੇ ਉੱਤਰ ਦਿੱਤਾ ਕਿ ਜਿਸ ਸਮੇਂ ਆਦਮੀ ਕਿਸੇ ਚੀਜ਼ ਦੀ ਕਲਪਨਾ ਕਰ ਰਿਹਾ ਹੁੰਦਾ ਹੈ, ਉਸ ਵੇਲੇ ਉਹ ਇੱਕ ਹੁੰਦਾ ਹੈ, ਇਕੱਠਾ ਤੇ ਪੂਰਾ ਹੁੰਦਾ ਹੈ। ਜਿਸ ਵੇਲੇ ਉਹ ਆਪਣੀ ਕਲਪਨਾ ਜਾਂ ਕਾਮਨਾ ਦੀ ਪੂਰਤੀ ਚਾਹੁੰਦਾ ਹੈ ਤੇ ਉਸ ਲਈ ਯਤਨ ਕਰਦਾ ਹੈ ਤਾਂ ਉਸ ਨੂੰ ਤਕਸੀਮ ਹੋਣਾ ਪੈਂਦਾ ਹੈ, ਉਹ ਵੰਡਿਆ ਜਾਂਦਾ ਹੈ। ਸ਼ਰਤ ਚਾਹੇ ਕਿਸੇ ਪਾਸਿਓਂ ਹੋਵੇ, ਤਕਸੀਮ ਤਾਂ ਨਿਸ਼ਚਿਤ ਹੈ। ਮੈਂ ਚਿਹਰਿਆਂ ਲਈ ਵੰਡਿਆ ਗਿਆ ਸੀ, ਲਿਬਾਸਾਂ ਲਈ ਵੰਡਿਆ ਗਿਆ ਸੀ, ਮਸ਼ੀਨਾਂ, ਉਪਕਰਨਾਂ, ਵਸਤੂਆਂ ਤੇ ਪਦਾਰਥਾਂ ਲਈ ਤਕਸੀਮ ਹੋਇਆ ਸੀ। ਇੱਕ ਔਰਤ ਲਈ ਤਕਸੀਮ ਹੋਣ ਵਿੱਚ ਕਿਸ ਗੱਲ ਦਾ ਸੰਕੋਚ ਸੀ? ਮੈਂ ਫਿਰ ਤਕਸੀਮ ਹੋਣ ਲਈ ਤਿਆਰ ਹੋ ਗਿਆ। ਬਸਤੀ ਵਿੱਚ ਮਾਲਕ ਬਹੁਤ ਸਾਰੇ ਕਿਸਮਾਂ ਦੇ ਸਨ। ਪੈਦਾਇਸ਼ ਦੇ ਮਾਲਕ, ਪਾਲਣ ਦੇ ਮਾਲਕ, ਜ਼ਿਹਨ ਤੇ ਸੋਚ ਦੇ ਮਾਲਕ, ਸਰੀਰ ਦੇ ਮਾਲਕ ਤੇ ਆਸ਼ਾ, ਉਮੀਦਾਂ, ਸਫਲਤਾਵਾਂ ਤੇ ਨਿਰਾਸ਼ਾ ਤੇ ਨਾਕਾਮੀਆਂ ਦੇ ਮਾਲਕ। ਇੱਕ ਮਾਲਕ ਨੂੰ ਛੱਡ ਕੇ ਬਸਤੀ ਦੀ ਔਰਤ ਜਿਸ ਵੇਲੇ ਦੂਜੇ ਮਾਲਕ ਕੋਲ ਪਹੁੰਚਣ ਦਾ ਨਿਸ਼ਚਾ ਕਰਦੀ ਸੀ ਤਾਂ ਸਾਰੇ ਮਾਲਕ ਇਕੱਠੇ ਹੋ ਜਾਂਦੇ ਸਨ ਤੇ ਆਪਣੀ ਮਲਕੀਅਤ ਦਾ ਵਾਵੇਲਾ ਕਰਦੇ ਸਨ। ਮੈਂ ਆਪਣੇ ਆਪ ਨੂੰ ਇੱਕ ਔਰਤ ਦੇ ਬਾਰੇ ਸਾਰੇ ਮਾਲਕਾਂ ਅੱਗੇ ਤਕਸੀਮ ਹੋਣ ਨੂੰ ਤਿਆਰ ਹੋ ਗਿਆ। ਸਾਰੇ ਮਾਲਕ ਰਾਜ਼ੀ ਹੋ ਗਏ।
ਪਰ ਉਹ ਔਰਤ ਰਾਜ਼ੀ ਨਾ ਹੋਈ। ਉਸਦਾ ਕਹਿਣਾ ਸੀ ਕਿ ਉਹ ਮਾਲਕਾਂ ਦੀ ਮਲਕੀਅਤ ਤੋਂ ਤੰਗ ਆ ਚੁੱਕੀ ਹੈ। ਹੁਣ ਉਹ ਮਲਕੀਅਤ ਵਿੱਚ ਨਹੀਂ ਰਹਿਣਾ ਚਾਹੁੰਦੀ। ਮੈਂ ਉਸਨੂੰ ਬਹੁਤ ਸਮਝਾਇਆ ਕਿ ਅਸੀਂ ਇੱਕ ਸਮਝੌਤਾ ਕਰ ਲੈਂਦੇ ਹਾਂ, ਦੋਵੇਂ ਮਾਲਕ ਹੋ ਜਾਈਏ ਜਾਂ ਦੋਵੇਂ ਹਾਕਮੀ ਵਿੱਚ ਰਹੀਏ, ਜਾਂ ਫਿਰ ਦੋਨਾਂ ਚੋਂ ਕੋਈ ਵੀ ਮਾਲਕ ਨਾ ਹੋਵੇ ਤੇ ਕੋਈ ਵੀ ਹਾਕਮੀ ਵਿੱਚ ਨਾ ਰਹੇ। ਪਰ ਉਹ ਆਦਮੀ ਥਾਂ ਤੇ ਚੱਟਾਨ ਵਾਂਗੂ ਖਲੋ ਗਈ। ਮੈਂ ਉਸਨੂੰ ਲੈ ਆਇਆ। ਉਹ ਮਾਲਕ ਬਣੀ ਤੇ ਮੈਂ ਉਸਦੀ ਮਲਕੀਅਤ। ਮੈਂ ਉਸ ਔਰਤ ਨੂੰ ਲੈ ਕੇ ਆਪਣੇ ਕਮਰੇ ਵਿੱਚ ਨਹੀਂ ਗਿਆ। ਮੈਂ ਉਸ ਆਦਮੀ ਕੋਲ ਗਿਆ। ਉਹ ਸਾਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਕਾਫੀ ਚਿਰ ਤੱਕ ਉਸ ਔਰਤ ਨੂੰ ਵੇਖਦਾ ਰਿਹਾ। ਫਿਰ ਉਸਨੇ ਆਪਣਾ ਫੈਸਲਾ ਸੁਣਾਇਆ। ਮੈਂ ਨਹੀਂ ਜਾਣਦਾ ਇਹ ਔਰਤ ਤੈਨੂੰ ਕਿੱਥੋਂ ਲੱਭ ਪਈ ਹੈ। ਇਹ ਔਰਤ ਵੀ ਉਹੀ ਹੈ ਜਿਸ ਦੀ ਪ੍ਰਤਿਮਾ ਕਿਤੇ ਵੀ ਨਹੀਂ। ਇਹ ਚਾਹੇ ਕਿਸੇ ਵੀ ਫੈਸਲੇ ਦੇ ਅਧੀਨ ਤੇਰੇ ਕੋਲ ਆਈ ਹੈ, ਪਰ ਇਸ ਵਿੱਚ ਇਤਨੀ ਤਾਕਤ ਹੈ ਕਿ ਇਹ ਤੇਰੀ ਮਾਲਕ ਬਣ ਕੇ ਰਹੇਗੀ। ਇਹੀ ਤਾਂ ਨਿਰਣਾ ਹੋਇਆ ਹੈ। ਮੈਂ ਇਸ ਦੀ ਮਲਕੀਅਤ ਹਾਂ ਤੇ ਇਹ ਮੇਰੀ ਮਾਲਕ। ਨਿਰਣਾ ਬਹੁਤ ਉੱਤਮ ਹੈ। ਜੇਕਰ ਤੂੰ ਇਸ ਦਾ ਮਾਲਕ ਬਣਦਾ ਤਾਂ ਇਹ ਤੇਰੀ ਖਾਤਮੇ ਵਿੱਚ ਆਂਦੀ, ਤਾਂ ਤੂੰ ਇਸ ਨੂੰ ਇੱਕ ਚਿਹਰਾ, ਇੱਕ ਲਿਬਾਸ, ਇੱਕ ਉਪਕਰਨ ਜਾਂ ਮਸ਼ੀਨ ਤੋਂ ਵੱਧ ਕੁਝ ਵੀ ਨਹੀਂ ਸਮਝਦਾ। ਹੁਣ ਤੂੰ ਇਸ ਨੂੰ ਇੱਕ ਔਰਤ ਮੰਨੇਗਾ। ਇਹ ਤੇਰੀ ਸਫਲਤਾ ਹੋਵੇਗੀ। ਉਹ ਆਦਮੀ ਕਹਿੰਦਾ ਸੀ ਕਿ ਸੋਚ ਨਹੀਂ ਸਕਦਾ। ਜੇਕਰ ਐਸਾ ਹੋ ਸਕੇ ਤਾਂ ਉਹ ਸੋਚਣਾ ਚਾਹੁੰਦਾ ਵੀ ਨਹੀਂ। ਪਰ ਮੈਂ ਹੈਰਾਨ ਹੁੰਦਾ ਸੀ ਕਿ ਉਹ ਜੋ ਗੱਲ ਕਹਿੰਦਾ ਸੀ ਉਹ ਮੇਰੇ ਵਜੂਦ ਦਾ ਸੱਚ ਬਣ ਕੇ ਮੇਰੇ ਅੰਦਰ ਉਤਰ ਜਾਂਦੀ ਸੀ। ਉਸਨੇ ਕਿਹਾ ਸੀ, ਔਰਤ ਤੇਰੀ ਸਹਾਇਤਾ ਤੇ ਸ਼ਿੰਗਾਰ ਕਰ ਸਕਦੀ ਹੈ। ਮੈਨੂੰ ਬਿਲਕੁਲ ਹੀ ਅਹਿਸਾਸ ਨਾ ਹੋਇਆ ਕਿ ਕਮਰੇ ਵਿੱਚ ਕੋਈ ਦੂਜਾ ਆਇਆ ਹੈ ਜਾਂ ਸਾਡੇ ਦੋਹਾਂ ਵਿਚਕਾਰ ਕੋਈ ਸ਼ਰਤ ਹੈ ਜੋ ਪੂਰੀ ਕਰਨੀ ਹੈ, ਜਾਂ ਫਿਰ ਸਾਡੇ ਵਿੱਚ ਇੱਕ ਮਾਲਕ ਹੈ ਤੇ ਦੂਜਾ ਹਾਕਮੀ ਅੰਦਰ ਹੈ। ਉਹ ਔਰਤ ਤਾਂ ਮੇਰਾ ਹੀ ਵਜੂਦ ਮੈਨੂੰ ਜਾਪਿਆ ਜੋ ਕਿਤੇ ਖਿੰਡਿਆ ਬੈਠਾ ਸੀ ਤੇ ਮਿਲ ਗਿਆ ਸੀ। ਉਸਨੇ ਕਮਰੇ ਵਿੱਚ ਉਪਕਰਨ, ਮਸ਼ੀਨਾਂ ਤੇ ਹੋਰ ਸਾਮਾਨ ਵੇਖ ਕੇ ਕੋਈ ਅਚਰਜ ਪ੍ਰਕਟ ਨਾ ਕੀਤਾ ਤੇ ਨਾ ਹੀ ਉਹਨਾਂ ਬਾਰੇ ਕੋਈ ਸਵਾਲ ਜਵਾਬ ਹੋਏ। ਉਸਨੇ ਜਿਵੇਂ ਪਹਿਲਾਂ ਹੀ ਸਭ ਕੁਝ ਅਪਣਾ ਲਿਆ ਸੀ, ਜਿਵੇਂ ਉਸਨੂੰ ਮੇਰੇ ਕਮਰੇ ਦੀ ਤੇ ਸਾਰੇ ਕਮਰੇ ਦੀ ਜਾਣਕਾਰੀ ਪਹਿਲਾਂ ਤੋਂ ਹੀ ਸੀ। ਮੈਂ ਉਸਨੂੰ ਪੁੱਛਿਆ, ਮੈਨੂੰ ਅਚਰਜ ਹੋ ਰਿਹਾ ਹੈ, ਤੈਨੂੰ ਮੇਰੀ ਤੇ ਮੇਰੇ ਕਮਰੇ ਦੀ ਜਾਣਕਾਰੀ ਕਿਵੇਂ ਹੈ? ਤੈਨੂੰ ਇੱਥੇ ਕੁਝ ਵੀ ਓਪਰਾ ਨਹੀਂ ਲੱਗ ਰਿਹਾ? ਮੇਰੇ ਲਈ ਕੁਝ ਵੀ ਓਪਰਾ ਨਹੀਂ ਹੈ। ਮੈਂ ਜਾਣਦੀ ਹਾਂ ਕਿ ਆਦਮੀ ਕਿਤੇ ਵੀ ਜਾਏ, ਕਿਤੇ ਵੀ ਰਹੇ, ਇੱਕ ਗੱਲ ਤਾਂ ਜ਼ਰੂਰ ਹੋ ਜਾਂਦੀ ਹੈ, ਜਾਂ ਉਹ ਸਭ ਦਾ ਹੋ ਜਾਂਦਾ ਹੈ ਜਾਂ ਫਿਰ ਸਭ ਨੂੰ ਆਪਣਾ ਬਣਾ ਲੈਂਦਾ ਹੈ। ਤੂੰ ਦੋਹਾਂ ਵਿੱਚੋਂ ਕਿਹੜੀ ਗੱਲ ਚੁਣੀ ਹੈ? ਮੇਰੇ ਲਈ ਚੋਣ ਮੁਸ਼ਕਿਲ ਨਹੀਂ ਹੈ। ਦੋਵੇਂ ਰਸਤੇ ਮੇਰੇ ਲਈ ਸੌਖੇ ਹਨ, ਸਹਿਲ ਹਨ। ਜਿੱਥੇ ਲੋੜ ਪੈਂਦੀ ਹੈ ਮੈਂ ਸਭ ਦੀ ਹੋ ਜਾਂਦੀ ਹਾਂ ਤੇ ਜਿੱਥੇ ਲੋੜ ਪੈਂਦੀ ਹੈ ਮੈਂ ਸਭ ਕੁਝ ਅਪਣਾ ਲੈਂਦੀ ਹਾਂ। ਮੈਂ ਕੁਝ ਕਿਹਾ ਨਹੀਂ, ਪਰ ਉਸਦੀ ਇਹ ਗੱਲ ਮੇਰੀਆਂ ਰਗਾਂ ਵਿੱਚ ਫਿਰ ਗਈ। ਮੈਂ ਅੰਤਰ ਮਹਿਸੂਸ ਕਰਨ ਲੱਗਾ, ਤੁਲਨਾ ਕਰਨ ਲੱਗਾ। ਮੈਂ ਦੋਹਾਂ ਚੋਂ ਕੀ ਕਰ ਸਕਦਾ ਹਾਂ? ਮੈਂ ਕਿਹੜੀ ਰਾਹ ਅਪਣਾ ਸਕਦਾ ਹਾਂ? ਮੈਂ ਜ਼ਰੂਰਤ ਪੈਣ ਤੇ ਸਭ ਕੁਝ ਅਪਣਾ ਸਕਦਾ ਹਾਂ ਜਾਂ ਫਿਰ ਲੋੜ ਪੈਣ ਤੇ ਸਭ ਦਾ ਹੋ ਸਕਦਾ ਹਾਂ? ਮੈਂ ਕਈ ਵਾਰੀ ਇਹ ਪ੍ਰਸ਼ਨ ਆਪਣੇ ਤੋਂ ਪੁੱਛਿਆ, ਪਰ ਕੋਈ ਜਵਾਬ ਨਾ ਮਿਲਿਆ। ਮੈਨੂੰ ਜ਼ਿਹਨੀ ਤਣਾਅ ਜਿਹਾ ਮਹਿਸੂਸ ਹੋਣ ਲੱਗਾ। ਇੱਕ ਪਾਸੇ ਉਹ ਔਰਤ ਹੈ ਵੀ ਤੇ ਨਹੀਂ ਵੀ, ਦੂਜੇ ਪਾਸੇ ਮੈਂ ਹਾਂ ਜਾਂ ਨਹੀਂ। ਕੋਈ ਉੱਤਰ ਨਹੀਂ। ਮੇਰਾ ਜ਼ਿਹਨ ਬਾਰ-ਬਾਰ ਕਹਿੰਦਾ ਕਿ ਔਰਤ ਤੋਂ ਪੁੱਛਾਂ, ਉਸਨੂੰ ਕਹਾਂ ਕਿ ਉਹ ਕਿਵੇਂ ਇਹ ਸੋਚ ਲੈਂਦੀ ਹੈ, ਪਰ ਮੈਂ ਪੁੱਛਣ ਵਿੱਚ ਸੰਕੋਚ ਦਾ ਅਨੁਭਵ ਕਰਦਾ। ਕਦੀ ਇਹ ਸੋਚ ਵੀ ਆ ਜਾਂਦੀ ਕਿ ਸਾਡਾ ਤਾਂ ਇਕਰਾਰ ਹੈ, ਉਹ ਹਾਕਮ ਰਹੇਗੀ, ਉਹ ਮਾਲਕ ਹੋਵੇਗੀ ਤੇ ਮੈਂ ਮਲਕੀਅਤ। ਪੁੱਛਣ ਵਿੱਚ ਕੀ ਹਰਜ਼ ਹੈ? ਮੈਂ ਪਹਿਲਾਂ ਹੀ ਤੋਂ ਉਸਦੀ ਮਲਕੀਅਤ ਹਾਂ। ਪਰ ਜੇਕਰ ਉਹ ਇਹ ਗੱਲ ਮਹਿਸੂਸ ਨਹੀਂ ਕਰਦੀ ਤਾਂ ਮੈਂ ਕਿਉਂ ਕਰਾਂ? ਕਿਉਂ ਪਰੇਸ਼ਾਨ ਹੋਵਾਂ? ਮੈਂ ਚੁੱਪ ਨੂੰ ਹੀ ਚੰਗਾ ਜਾਣਿਆ। ਅਸੀਂ ਦੋਵੇਂ ਬਹੁਤ ਨਿਸ਼ਚਿੰਤ ਸਨ। ਸਭ ਕੁਝ ਵਰਤ ਰਹੇ ਸੀ। ਸਭ ਕੁਝ ਨਵਾਂ ਸੀ। ਮਕਾਨ ਨਵਾਂ, ਲਿਬਾਸ ਨਵੇਂ, ਚਿਹਰੇ ਨਵੇਂ, ਮਸ਼ੀਨਾਂ, ਯੰਤਰ ਤੇ ਉਪਕਰਨ ਨਵੇਂ। ਹਰ ਚੀਜ਼ ਦਾ ਨਵਾਂਪਨ ਇੱਕ ਨਵਾਂ ਆਕਰਸ਼ਣ ਸੀ। ਜਿਸ ਵੇਲੇ ਕਿਸੇ ਮਸ਼ੀਨ ਜਾਂ ਯੰਤਰ ਰਾਹੀਂ ਅਸੀਂ ਆਪਣੇ ਨਾਲ ਜੁੜ ਜਾਂਦੇ ਤਾਂ ਸੁੱਖ ਦੀ ਅਨੁਭੂਤੀ ਹੁੰਦੀ। ਜਿਸ ਵੇਲੇ ਖਿੰਡ ਜਾਂਦੇ ਤਾਂ ਰਸ ਦਾ ਅਨੁਭਵ ਹੁੰਦਾ। ਕੋਈ ਮਸ਼ੀਨ ਸਾਹ ਨੂੰ ਬਹੁਤ ਦੂਰ ਲੈ ਜਾਂਦੀ, ਕੋਈ ਇਤਨੀ ਨੇੜੇ ਲੈ ਆਂਦੀ ਕਿ ਹਵਾ ਵੀ ਵਿੱਚੋਂ ਨਾ ਲੰਘ ਸਕਦੀ। ਹੌਲੀ-ਹੌਲੀ ਮੇਰੇ ਅੰਦਰ ਅਜੀਬ ਜਿਹਾ ਅਹਿਸਾਸ ਭਰਨ ਲੱਗ ਗਿਆ। ਮੈਂ ਸੋਚਣ ਲੱਗ ਗਿਆ ਕਿ ਮਸ਼ੀਨ, ਯੰਤਰ, ਉਪਕਰਨ, ਔਰਤ, ਚਿਹਰੇ, ਲਿਬਾਸ, ਮਿਲਨ, ਵਿਛੋੜੇ, ਸੁਪਨੇ, ਉਡਾਨ, ਇਹ ਸਭ ਕੁਝ
ਦੂਜਾ ਕੁਝ ਵੀ ਨਹੀਂ। ਮੈਂ ਹੀ ਚਿਹਰਾ, ਔਰਤ, ਲਿਬਾਸ, ਮਸ਼ੀਨ, ਸਭੋ ਕੁਝ ਹਾਂ। ਪਰ ਮੈਨੂੰ ਇੱਕ ਔਖ ਆ ਰਹੀ ਸੀ। ਉਹ ਔਖ ਇੱਕ ਸਮੱਸਿਆ ਵਿੱਚ ਬਦਲ ਰਹੀ ਸੀ। ਹਰ ਚੀਜ਼ ਆਪਣੀ ਆਪਣੀ ਥਾਂ ਤੇ ਸੀ ਤੇ ਆਪਣੀ ਥਾਂ ਤੇ ਟਿਕੀ ਹੋਈ ਚੱਲਦੀ। ਕਿਸੇ ਵੀ ਚੀਜ਼ ਦੇ ਪ੍ਰਯੋਗ ਸਮੇਂ ਮੈਨੂੰ ਉੱਠਣਾ ਪੈਂਦਾ ਸੀ, ਤੁਰਨਾ ਪੈਂਦਾ ਸੀ, ਦੌੜਨਾ ਪੈਂਦਾ ਸੀ। ਜੇਕਰ ਇਹ ਦੌੜ ਭੱਜ ਇੱਕ ਅੱਧੀ ਵਾਰੀ ਹੁੰਦੀ ਤਾਂ ਕੋਈ ਸਮੱਸਿਆ ਨਹੀਂ ਸੀ। ਪਰ ਹਰ ਚੀਜ਼ ਵਰਤਣ ਨੂੰ ਜ਼ਿਹਨ ਕਹਿੰਦਾ ਸੀ, ਭੋਗਣ ਦੀ ਤਾਂਘ ਸੀ, ਵੇਖਣ ਦੀ ਕਾਮਨਾ ਸੀ। ਤੇ ਬਹੁਤ ਕੁਝ ਵੇਖਣ ਭੋਗਣ ਲਈ ਬਹੁਤ ਵਾਰੀ ਉੱਠਣਾ ਤੇ ਤੁਰਨਾ ਪੈਂਦਾ ਸੀ। ਕੁਝ ਚਿਰ ਤੱਕ ਤਾਂ ਮੈਂ ਸਹਿਨ ਕਰਦਾ ਰਿਹਾ। ਇੱਕ ਦਿਨ ਮੈਂ ਉਸ ਔਰਤ ਨੂੰ ਕਿਹਾ, ਇੱਥੇ ਸਭ ਕੁਝ ਆਕਰਸ਼ਕ ਹੈ, ਵੇਖਣ ਭੋਗਣ ਵਾਲਾ ਹੈ। ਮੈਂ ਇੱਕ ਕਠਿਨਤਾ ਦਾ ਅਨੁਭਵ ਕਰ ਰਿਹਾ ਹਾਂ। ਵੇਖ ਰਿਹਾ ਹਾਂ, ਚੀਜ਼ਾਂ ਵਰਤਣ ਲਈ ਬਹੁਤ ਦੌੜ ਭੱਜ ਕਰਨੀ ਪੈਂਦੀ ਹੈ। ਕੁਝ ਐਸਾ ਨਹੀਂ ਹੋ ਸਕਦਾ ਕਿ ਅਸੀਂ ਬੈਠੇ ਰਹੀਏ ਤੇ ਸਭ ਕੁਝ ਚੱਲਦਾ ਜਾਵੇ। ਸਭ ਰਸ ਤੇ ਸੁੱਖ ਅਸੀਂ ਇੱਕ ਥਾਂ ਬੈਠੇ ਹੋਇਆਂ ਹੀ ਅਨੁਭਵ ਕਰੀਏ। ਉਹ ਕੁਝ ਸੋਚਦੀ ਰਹੀ, ਸ਼ਾਇਦ ਦੁਵਿਧਾ ਵਿੱਚ ਸੀ ਕੀ ਕਹੇ। ਫਿਰ ਉਸਨੇ ਕਿਹਾ, ਇਹੀ ਠੀਕ ਹੈ, ਰਸ ਤੇ ਆਨੰਦ ਦੇ ਅਨੁਭਵ ਲਈ ਤੁਰਨਾ ਤਾਂ ਪੈਂਦਾ ਹੀ ਹੈ। ਉੱਠਣ ਬੈਠਣ ਬਿਨਾਂ ਤਾਂ ਕੁਝ ਵੀ ਵੇਖਿਆ ਭੋਗਿਆ ਨਹੀਂ ਜਾ ਸਕਦਾ। ਉਸਨੇ ਆਪਣੇ ਵੱਲੋਂ ਸ਼ਾਇਦ ਠੀਕ ਕਿਹਾ, ਪਰ ਮੈਨੂੰ ਉੱਤਰ ਨਾ ਮਿਲਿਆ। ਮੈਂ ਉਸ ਆਦਮੀ ਦੇ ਕਮਰੇ ਵਿੱਚ ਗਿਆ। ਉਹ ਅੱਗੇ ਬਹੁਤ ਅਜੀਬ ਕੰਮ ਕਰ ਰਿਹਾ ਸੀ। ਮੂਰਤੀਆਂ ਬਣਾਉਣ ਵਾਲੇ ਯੰਤਰਾਂ ਨੂੰ ਡੋਰੀਆਂ ਪਾ ਕੇ ਬੰਨ ਰਿਹਾ ਸੀ। ਇਹ ਕੀ ਕਰ ਰਿਹਾ ਹੈ? ਡੋਰੀਆਂ ਪਾ ਰਹੇ ਹਾਂ। ਇਹ ਗੁੰਮ ਹੋ ਜਾਂਦੇ ਹਨ, ਅੱਗੇ ਪਿੱਛੇ ਹੋ ਜਾਂਦੇ ਹਨ, ਸਮੇਂ ਸਿਰ ਲੱਭਦੇ ਹੀ ਨਹੀਂ। ਬੰਨ ਦਵਾਂਗਾ ਤਾਂ ਹੱਥਾਂ ਵਿੱਚ ਰਹਿਣਗੇ। ਮੈਂ ਕੁਝ ਪਰੇਸ਼ਾਨ ਹਾਂ। ਸੁੱਖ, ਰਸ ਤੇ ਆਨੰਦ ਦਾ ਅਨੁਭਵ ਤਾਂ ਹੋ ਰਿਹਾ ਹੈ, ਪਰ ਖੇਚਲ ਬਹੁਤ ਕਰਨੀ ਪੈ ਰਹੀ ਹੈ। ਥੱਕ ਜਾਣਾ ਹਾਂ। ਯੰਤਰਾਂ, ਮਸ਼ੀਨਾਂ, ਲਿਬਾਸਾਂ ਤੇ ਔਰਤ ਦੇ ਨਾਲ-ਨਾਲ ਹੋ ਕੇ ਨੱਚਣਾ ਪੈਂਦਾ ਹੈ। ਮੈਂ ਚਾਹੁੰਦਾ ਹਾਂ ਕਿ ਦੌੜਿਆ ਨਾ ਜਾਏ ਤੇ ਚੀਜ਼ਾਂ ਤੁਰਦੀਆਂ ਰਹਿਣ। ਬਹੁਤ ਮਾਮੂਲੀ ਗੱਲ ਹੈ। ਕਮਰੇ ਵਿੱਚ ਜੋ ਵੀ ਕੁਝ ਹੈ, ਸਭ ਚੀਜ਼ਾਂ ਨੂੰ ਡੋਰੀਆਂ ਪਾ ਲੈ। ਇੱਕੋ ਥਾਂ ਤੇ ਬਹਿ ਕੇ ਸਭ ਕੁਝ ਹੋ ਸਕਦਾ ਹੈ। ਉੱਠਣ ਦੀ ਬਜਾਏ ਡੋਰੀ ਖਿੱਚ ਲਈ, ਚੀਜ਼ ਤੇਰੇ ਕੋਲ ਤੁਰ ਆਏਗੀ। ਬੈਠੇ ਬੈਠੇ ਹੀ ਵਰਤ ਸਕਦਾ ਹੈ, ਪ੍ਰਯੋਗ ਹੋ ਸਕਦਾ ਹੈ। ਮੇਰੀਆਂ ਅੱਖਾਂ ਜਿਵੇਂ ਖੁੱਲ ਗਈਆਂ। ਉਹ ਆਦਮੀ ਵੀ ਕਮਾਲ ਦਾ ਸੋਚ ਸਕਦਾ ਹੈ। ਕਹਿੰਦਾ ਹੈ, ਸੋਚਦਾ ਨਹੀਂ। ਮੈਂ ਡੋਰੀਆਂ ਪਾ ਲੈਣਾ ਹਾਂ, ਪਰ ਇੱਕ ਸੰਸਾ ਹੈ। ਡੋਰੀਆਂ ਪਾ ਕੇ ਚੀਜ਼ਾਂ ਇੱਕੋ ਥਾਂ ਤੇ ਤੁਰਾਨਗੀਆਂ, ਪਰ ਵਾਪਸ ਉਹਨਾਂ ਦੀ ਥਾਂ ਤੇ ਪਹੁੰਚਾਉਣ ਲਈ ਤਾਂ ਮੈਨੂੰ ਉੱਠਣਾ ਹੀ ਪਏਗਾ ਨਾ, ਦੌੜਨਾ ਹੀ ਪਏਗਾ। ਜੇਕਰ ਡੋਰੀਆਂ ਨਾਲ ਚੀਜ਼ਾਂ ਆ ਸਕਦੀਆਂ ਹਨ ਤਾਂ ਜਾ ਵੀ ਸਕਦੀਆਂ ਹਨ। ਡੋਰੀਆਂ ਦੋਹਰੀਆਂ ਕਰਕੇ ਪਾ ਲੈ, ਇੱਕ ਖਿੱਚਣ ਵਾਲੀ, ਦੂਜੀ ਪਹੁੰਚਾਉਣ ਵਾਲੀ। ਇੱਕ ਗੱਲ ਦਾ ਧਿਆਨ ਰੱਖਣਾ ਹੈ, ਚੀਜ਼ ਖਿੱਚਣ ਤੇ ਪਹੁੰਚਾਉਣ ਵਿੱਚ ਗਲਤੀ ਲੱਗ ਸਕਦੀ ਹੈ। ਇਸ ਲਈ ਡੋਰੀਆਂ ਰੰਗਦਾਰ ਪਾਣੀਆਂ ਪੈਣਗੀਆਂ, ਵੱਖਰੇ ਵੱਖਰੇ ਰੰਗਾਂ ਦੀਆਂ ਰੰਗੀਨ ਡੋਰੀਆਂ। ਉਹਨਾਂ ਨਾਲ ਚੀਜ਼ਾਂ ਦੀ ਸ਼ੋਭਾ ਵਧੇਗੀ, ਕਮਰੇ ਦੀ ਸ਼ੋਭਾ ਵੀ ਵਧੇਗੀ ਤੇ ਹਰ ਕਿਸਮ ਦੀ ਸੌਖ ਵੀ ਹੋ ਜਾਏਗੀ। ਮੈਂ ਬਸਤੀ ਵੱਲ ਭੱਜਿਆ ਡੋਰੀਆਂ ਲਿਆਉਣ ਲਈ। ਡੋਰੀਆਂ ਦੇ ਵਪਾਰੀ ਤੇ ਉਹਨਾਂ ਦੇ ਗੁਦਾਮ ਛੇਤੀ ਹੀ ਲੱਭ ਗਏ, ਪਰ ਡੋਰੀਆਂ ਦੇ ਭਾਅ ਸੁਣ ਕੇ ਬਹੁਤ ਅਚਰਜ ਹੋਇਆ। ਇੱਕ ਰੰਗ ਦੀ ਡੋਰੀ ਦਾ ਭਾਅ ਬਹੁਤ ਮਹਿੰਗਾ ਸੀ ਤੇ ਰੰਗੀਨ ਡੋਰੀਆਂ ਸਸਤੇ ਤੇ ਹਲਕੇ ਭਾਅ ਦੀਆਂ ਸਨ। ਮੈਂ ਵਪਾਰੀ ਤੋਂ ਪੁੱਛਿਆ, ਇਹ ਕੀ ਭੇਦ ਹੈ? ਇੱਕ ਰੰਗੀ ਡੋਰੀ ਮਹਿੰਗੀ ਤੇ ਸੋਨੀਆ ਰੰਗ ਦਾ ਡੋਰੀਆਂ ਸਸਤੀਆਂ ਹਨ। ਇਹ ਵਰਤਣ ਵਾਲੇ ਹੀ ਜਾਣਨ, ਮੈਂ ਕੁਝ ਨਹੀਂ ਕਹਿ ਸਕਦਾ। ਜਿਨ੍ਹਾਂ ਨੂੰ ਇੱਕ ਰੰਗ ਦੀ ਡੋਰੀ ਦੀ ਲੋੜ ਹੁੰਦੀ ਹੈ, ਉਹ ਕਹਿੰਦੇ ਹਨ ਕਿ ਇੱਕ ਹੀ ਰੰਗ ਦੀ ਡੋਰੀ ਮਹਿੰਗੀ ਹੈ, ਇਸ ਨੂੰ ਮਹਿੰਗੇ ਭਾਅ ਵੇਚੋ। ਰੰਗੀਨ ਡੋਰੀਆਂ ਦੀ ਲੋੜ ਵਾਲੇ ਕਹਿੰਦੇ ਹਨ, ਇਹ ਬਹੁਤ ਸਸਤੀਆਂ ਹਨ, ਇਹਨਾਂ ਨੂੰ ਸਸਤੇ ਭਾਅ ਵੇਚੋ। ਅਸੀਂ ਐਵੇਂ ਹੀ ਕਰਦੇ ਹਾਂ, ਸਾਡਾ ਇਹ ਵਪਾਰ ਹੈ, ਅਸੀਂ ਆਪ ਨਹੀਂ ਵਰਤਦੇ। ਮੈਂ ਰੰਗ ਰੰਗੀਲੀਆਂ ਬਹੁਤ ਸਾਰੀਆਂ ਡੋਰੀਆਂ ਲੈ ਆਇਆ ਤੇ ਸਿੱਧਾ ਉਸ ਆਦਮੀ ਕੋਲ ਪਹੁੰਚਿਆ। ਉਸ ਨੂੰ ਭਾਅ ਦੇ ਬਾਰੇ ਸੁਣਾਇਆ ਤਾਂ ਉਸਨੇ ਕਿਹਾ, ਵਪਾਰੀ ਠੀਕ ਕਹਿੰਦੇ ਹਨ। ਇੱਕ ਰੰਗ ਦੀ ਡੋਰੀ ਵਰਤਣ ਵਾਲੇ ਦੀ ਯਾਦਾਸ਼ਤ ਬਹੁਤ ਤੇਜ਼ ਚਾਹੀਦੀ ਹੈ। ਹਰ ਆਦਮੀ ਦੀ ਯਾਦ ਸ਼ਕਤੀ ਇਤਨੀ ਤੇਜ਼ ਨਹੀਂ ਹੁੰਦੀ ਕਿ ਇੱਕ ਡੋਰੀ ਦੇ ਰਾਹੀਂ ਸਭ ਕੁਝ ਪਹਿਚਾਨ ਜਾਵੇ। ਤੂੰ ਰੰਗਦਾਰ ਡੋਰੀਆਂ ਲੈ ਆਇਆ ਹੈ, ਸਹੀ ਕੀਤਾ ਹੈ, ਠੀਕ ਕੀਤਾ ਹੈ। ਹੁਣ ਸਭ ਨੂੰ ਡੋਰੀਆਂ ਪਾ ਲੈ। ਚੀਜ਼ਾਂ ਨੂੰ ਡੋਰੀਆਂ ਪਾਉਣ ਵਿੱਚ ਔਰਤ ਨੇ ਬਹੁਤ ਮਦਦ ਕੀਤੀ। ਗੰਢਾਂ ਬਹੁਤ ਕੱਸ-ਕੱਸ ਕੇ ਮਾਰੀਆਂ ਤਾਂ ਜੋ ਖਿੱਚਣ ਸਮੇਂ ਜਾਂ ਟਿਕਾਣੇ ਪਹੁੰਚਾਉਣ ਵੇਲੇ ਤਕਲੀਫ ਨਾ ਹੋਵੇ। ਕੁਝ ਦਿਨਾਂ ਤੀਕ ਮੈਨੂੰ ਇੱਕ ਕਠਿਨਾਈ ਰਹੀ ਕਿ ਡੋਰੀਆਂ ਦੇ ਰੰਗ ਚੇਤੇ ਕਰਨੇ ਪਏ। ਜਿਸ ਵੇਲੇ ਰੰਗ ਯਾਦ ਹੋ ਗਏ ਤਾਂ ਬਹੁਤ ਸੌਖ ਹੋ ਗਈ। ਹੁਣ ਮੈਨੂੰ ਉੱਠਣਾ ਨਹੀਂ ਸੀ ਪੈਂਦਾ, ਦੌੜਨਾ ਨਹੀਂ ਸੀ ਪੈਂਦਾ। ਇੱਕ ਹੀ ਥਾਂ ਤੇ ਬਹਿ ਕੇ ਮੈਂ ਸਭ ਕੁਝ ਆਪਣੇ ਪਾਸੇ ਖਿੱਚ ਸਕਦਾ ਸੀ ਤੇ ਸਭ ਕੁਝ ਠਿਕਾਣੇ ਪਹੁੰਚਾ ਸਕਦਾ ਸੀ।
ਮੈਨੂੰ ਤੇ ਉਸ ਔਰਤ ਨੂੰ ਪੂਰੀ ਤਸੱਲੀ ਸੀ। ਮੈਂ ਹਰ ਚੀਜ਼ ਵਿੱਚੋਂ ਸੁੱਖ ਲੈ ਰਿਹਾ ਸੀ, ਆਨੰਦ ਤੇ ਰਸ ਦਾ ਅਨੁਭਵ ਹੋ ਰਿਹਾ ਸੀ। ਪਰ ਕਦੀ-ਕਦੀ ਸਮੱਸਿਆ ਬਣ ਜਾਂਦੀ ਸੀ। ਕਮਰੇ ਵਿੱਚ ਟਿਕੀਆਂ ਚੀਜ਼ਾਂ ਦੇ ਭਾਅ ਵੱਖ-ਵੱਖ ਸੀ। ਉਹਨਾਂ ਨੂੰ ਵੇਖਣ ਨਾਲ ਕੁਝ ਹੋਰ ਅਨੁਭਵ ਹੁੰਦਾ ਤੇ ਖਿੱਚਣ ਵੇਲੇ ਦਾ ਅਨੁਭਵ ਕੁਝ ਹੋਰ ਹੀ। ਕਾਫ਼ੀ ਯਤਨ ਤੋਂ ਬਾਅਦ ਵੀ ਚੀਜ਼ਾਂ ਦੇ ਅਸਲੀ ਵਜ਼ਨ ਦਾ ਪਤਾ ਨਹੀਂ ਸੀ ਲੱਗ ਰਿਹਾ। ਖਿੱਚਦਿਆਂ ਤੇ ਪਹੁੰਚਾਉਂਦਿਆਂ ਅਨੁਮਾਨ ਨਾਲ ਹੀ ਕੰਮ ਲੈਣਾ ਪੈ ਰਿਹਾ ਸੀ ਤੇ ਬਹੁਤੀ ਵਾਰੀ ਅਨੁਮਾਨ ਗਲਤ ਨਿਕਲ ਰਿਹਾ ਸੀ। ਗਲਤ ਅਨੁਮਾਨ ਦੇ ਸਮੇਂ ਇੱਕ ਤਰਾਹ ਜਿਹਾ ਜ਼ਿਹਨ ਵਿੱਚ ਭਰ ਜਾਂਦਾ ਸੀ। ਚੀਜ਼ ਕੋਲ ਆਵੇ ਨਾ ਆਵੇ, ਆਪਣੇ ਠਿਕਾਣੇ ਤੇ ਪਹੁੰਚੇ ਨਾ ਪਹੁੰਚੇ, ਮੈਂ ਸੰਘਰਸ਼ ਨਹੀਂ ਛੱਡਿਆ ਤੇ ਯੰਤਰਾਂ, ਮਸ਼ੀਨਾਂ ਤੇ ਉਪਕਰਨਾਂ ਦੇ ਭਾਰ ਵਜ਼ਨ ਬਾਰੇ ਜਾਣਕਾਰ ਹੁੰਦਾ ਗਿਆ। ਜੇਕਰ ਕਿਸੇ ਸਮੇਂ ਗਲਤੀ ਹੁੰਦੀ ਵੀ ਤਾਂ ਮੈਂ ਸੁਚੇਤ ਹੋ ਜਾਂਦਾ ਤੇ ਗਲਤੀ ਨੂੰ ਸੰਭਾਲ ਲੈਂਦਾ। ਮੈਨੂੰ ਗਲਤੀ ਹੋਣ ਤੇ ਮਹਿਸੂਸ ਤਾਂ ਬਹੁਤ ਹੁੰਦਾ, ਪਰ ਜਿਸ ਵੇਲੇ ਸੁਧਾਰ ਹੋ ਜਾਂਦਾ ਤਾਂ ਉਹੀ ਗਲਤੀ ਰਸ ਵਿੱਚ ਬਦਲ ਜਾਂਦੀ ਤੇ ਮੇਰਾ ਤ੍ਰਿਖਾ ਅਹਿਸਾਸ ਅਲੋਪ ਹੋ ਜਾਂਦਾ। ਬਾਕੀ ਸਭ ਕੁਝ ਤਾਂ ਠੀਕ ਤੁਰ ਰਿਹਾ ਸੀ, ਪਰ ਕਿਸੇ-ਕਿਸੇ ਸਮੇਂ ਮੈਨੂੰ ਮਹਿਸੂਸ ਹੁੰਦਾ ਕਿ ਡੋਰੀ ਦੀ ਗੰਢ ਢਿੱਲੀ ਪੈ ਗਈ ਹੈ। ਡੋਰ 'ਚ ਢਿੱਲਾਪਨ ਰਸ ਤੇ ਸੁੱਖ ਵਿੱਚ ਰੁਕਾਵਟ ਬਣ ਰਿਹਾ ਹੈ। ਮੈਂ ਸੋਚਦਾ ਕਿ ਕਿਸੇ ਤਰ੍ਹਾਂ ਸਭ ਕੁਝ ਤੁਰਨ ਦਿੱਤਾ ਜਾਵੇ, ਪਰ ਇੱਕ ਚਿੰਤਾ ਜ਼ਿਹਨ ਵਿੱਚ ਸਿਰ ਚੁੱਕ ਲੈਂਦੀ ਕਿ ਡੋਰੀ ਦੀ ਗੰਢ ਕਿਤੇ ਬਹੁਤੀ ਢਿੱਲੀ ਨਾ ਹੋ ਜਾਵੇ। ਫਿਰ ਮੈਨੂੰ ਗੰਢ ਖੋਲ ਕੇ ਮੁੜ ਕੱਸਣੀ ਪੈਂਦੀ। ਪਰ ਉਸ ਸਮੇਂ ਮੈਨੂੰ ਦੁੱਖ ਹੁੰਦਾ। ਪਹਿਲੀ ਗੰਢ ਇਤਨੀ ਮਜ਼ਬੂਤ ਦਿੱਤੀ ਹੁੰਦੀ ਕਿ ਖੋਲਦਿਆਂ ਅੱਖਾਂ ਨੂੰ ਪਰਸੇ ਆ ਜਾਂਦੇ ਤੇ ਹੱਥਾਂ ਵਿੱਚੋਂ ਲਹੂ ਨਿਕਲ ਆਂਦਾ। ਫਿਰ ਗੰਢਾਂ ਬਾਰੇ ਔਰਤ ਨੂੰ ਕਹਿੰਦਾ, ਪਰ ਉਸਦਾ ਜਵਾਬ ਬਹੁਤ ਸਿੱਧਾ ਹੁੰਦਾ। ਉਹ ਕਹਿੰਦੀ, ਤੇਰੇ ਸਾਹਮਣੇ ਹੀ ਤਾਂ ਸਭ ਕੁਝ ਹੋਇਆ ਏ। ਗੰਢਾਂ ਮੈਂ ਦਿੱਤੀਆਂ ਹਨ। ਮੈਨੂੰ ਪਤਾ ਹੈ ਕਿ ਔਰਤ ਦਾ ਕੰਮ ਸਿਰਫ ਗੰਢਾਂ ਮਾਰਨਾ ਹੈ, ਖੋਲ੍ਹਣਾ ਤਾਂ ਤੇਰਾ ਕੰਮ ਹੈ। ਮੈਂ ਉਸਨੂੰ ਬਹੁਤ ਕੁਝ ਨਹੀਂ ਕਹਿ ਸਕਦਾ ਸੀ। ਮੈਨੂੰ ਅਹਿਸਾਸ ਸੀ ਕਿ ਮੈਂ ਉਸਦੀ ਹਾਕਮੀ ਵਿੱਚ ਹਾਂ ਤੇ ਉਹ ਮਾਲਕ ਹੈ। ਨਵੀਂ ਗੰਢ ਮਾਰਨ ਤੋਂ ਬਾਅਦ ਸਭ ਕੁਝ ਪਹਿਲਾਂ ਵਾਂਗ ਤੁਰ ਪੈਂਦਾ ਤੇ ਮੈਨੂੰ ਕੁਝ ਪਛਤਾਵਾ ਵੀ ਹੁੰਦਾ ਕਿ ਮੈਂ ਵਿਅਰਥ ਹੀ ਜ਼ਿਹਨ ਤਪਾ ਲਿਆ। ਸਭ ਉਪਕਰਨ, ਯੰਤਰ, ਮਸ਼ੀਨਾਂ, ਚਿਹਰੇ, ਲਿਬਾਸ ਠੀਕ ਕੰਮ ਕਰ ਰਹੇ ਸਨ। ਪਰ ਅਚਾਨਕ ਇੱਕ ਉਪਕਰਨ ਜੋ ਮੇਰੇ ਆਸ-ਪਾਸ ਦੇ ਵਾਤਾਵਰਣ ਦੀ ਨਵੀਂ ਤੋਂ ਨਵੀਂ ਜਾਣਕਾਰੀ ਮੈਨੂੰ ਦਿੰਦਾ ਸੀ, ਵਿਗੜ ਗਿਆ। ਮੈਂ ਇਹ ਗੱਲ ਕਦੀ ਸੋਚੀ ਵੀ ਨਹੀਂ ਸੀ ਕਿ ਜੋ ਉਪਕਰਨ ਚੱਲਦੇ ਹਨ, ਉਹ ਵਿਗੜਦੇ ਵੀ ਹਨ। ਉਹਨਾਂ ਨੂੰ ਮੁਰੰਮਤ ਦੀ ਲੋੜ ਪੈਂਦੀ ਹੈ। ਮੈਂ ਉਸ ਉਪਕਰਨ ਦੀ ਮੁਰੰਮਤ ਬਾਰੇ ਸਲਾਹ ਕਰਨ ਉਸ ਆਦਮੀ ਕੋਲ ਪਹੁੰਚਿਆ। ਮੈਨੂੰ ਵੇਖ ਕੇ ਹਾਸਾ ਆ ਗਿਆ ਕਿ ਉਹ ਮਿੱਟੀ ਦੇ ਉਪਕਰਨ, ਮਸ਼ੀਨਾਂ ਤੇ ਯੰਤਰ ਬਣਾਉਣ ਵਿੱਚ ਰੁੱਝਾ ਸੀ। ਮੈਨੂੰ ਉਸਦਾ ਇਹ ਕੰਮ ਬਹੁਤ ਹਲਕਾ ਤੇ ਸ਼ੁਦਾਈਆਂ ਵਾਲਾ ਜਾਪਿਆ। ਮੈਂ ਸੋਚਿਆ ਕਿ ਜੇਕਰ ਇਸ ਨੂੰ ਵੀ ਮਸ਼ੀਨਾਂ, ਯੰਤਰਾਂ ਤੇ ਉਪਕਰਨਾਂ ਦੀ ਤਾਂਘ ਹੈ, ਤਾਂ ਇਹ ਹਕੀਕੀ ਯੰਤਰ ਕਿਉਂ ਨਹੀਂ ਲੈ ਆਂਦਾ। ਇਸ ਬਾਰੇ ਮੈਂ ਕੁਝ ਨਹੀਂ ਕਿਹਾ, ਪਰ ਆਪਣੇ ਉਪਕਰਨ ਬਾਰੇ ਗੱਲ ਕੀਤੀ। ਮੇਰਾ ਉਪਕਰਨ ਵਿਗੜ ਗਿਆ ਹੈ, ਕੋਈ ਅਨਹੋਣੀ ਗੱਲ ਨਹੀਂ। ਹਰ ਚੀਜ਼ ਦਾ ਜੇਕਰ ਬਣਨਾ ਨਿਸ਼ਚਿਤ ਹੈ ਤਾਂ ਵਿਗੜਨਾ ਵੀ ਨਿਸ਼ਚਿਤ ਹੈ। ਪਰ ਹਰ ਵਸਤੂ ਬਿਲਕੁਲ ਹੀ ਨਹੀਂ ਵਿਗੜ ਜਾਂਦੀ, ਮੁਰੰਮਤ ਕਰਵਾਈ ਜਾ ਸਕਦੀ ਹੈ। ਇਹ ਵੀ ਕੋਈ ਅਨਹੋਣੀ ਗੱਲ ਨਹੀਂ ਕਿ ਮੁਰੰਮਤ ਕਰਵਾਉਣ ਮਗਰੋਂ ਇਹੀ ਉਪਕਰਨ ਬਿਲਕੁਲ ਪਹਿਲੀ ਹਾਲਤ ਵਿੱਚ ਆ ਜਾਵੇ। ਮੈਂ ਤਾਂ ਇਹ ਪੁੱਛਣ ਆਇਆ ਹਾਂ ਕਿ ਇਹ ਵਿਗੜਿਆ ਕਿਵੇਂ ਹੈ? ਕਿਵੇਂ ਵਿਗੜਿਆ ਹੈ? ਇਸ ਦਾ ਕੀ ਉੱਤਰ ਹੈ? ਇਹ ਬਣਿਆ ਹੈ ਤਾਂ ਵਿਗੜਿਆ ਹੈ। ਬਣਨ ਤੋਂ ਪਹਿਲਾਂ ਤੇ ਟੁੱਟ ਜਾਣ ਤੋਂ ਬਾਅਦ ਵਿਗਾੜ ਹੁੰਦਾ ਹੀ ਨਹੀਂ। ਮੈਂ ਉਪਕਰਨ ਲੈ ਕੇ ਬਸਤੀ ਵਿੱਚ ਪਹੁੰਚਿਆ। ਉਸ ਆਦਮੀ ਕੋਲ ਪਹੁੰਚਿਆ ਜਿਸ ਤੋਂ ਲਿਆ ਸੀ। ਉਸਨੇ ਇੱਕਦਮ ਕਿਹਾ, ਕੋਈ ਖਾਸ ਵਿਗਾੜ ਨਹੀਂ, ਇਸ ਨੂੰ ਪਲਾਂ ਵਿੱਚ ਹੀ ਠੀਕ ਕੀਤਾ ਜਾ ਸਕਦਾ ਹੈ। ਮੈਂ ਉਸਦੇ ਕੋਲ ਕੁਝ ਚਿਰ ਬੈਠਾ। ਉਹਨੇ ਕੁਝ ਹੋਰ ਯੰਤਰਾਂ ਦੀ ਮਦਦ ਨਾਲ ਉਪਕਰਨ ਠੀਕ ਕਰ ਦਿੱਤਾ। ਮੈਂ ਉਸਨੂੰ ਠੀਕ ਕਰਦਿਆਂ ਨਿਰੰਤਰ ਵੇਖਦਾ ਰਿਹਾ। ਉਹ ਮੁਰੰਮਤ ਕਰ ਚੁੱਕਿਆ ਤਾਂ ਮੈਂ ਕਿਹਾ, ਇਹ ਯੰਤਰ ਜਿਨ੍ਹਾਂ ਦੀ ਸਹਾਇਤਾ ਨਾਲ ਇਹ ਠੀਕ ਹੋਇਆ ਹੈ, ਮੈਂ ਚਾਹੁੰਦਾ ਹਾਂ ਕਿ ਆਪਣੇ ਕੋਲ ਰੱਖਾਂ। ਮੁਰੰਮਤ ਕਰਨ ਵਾਲਾ ਹੱਸ ਪਿਆ। ਤੂੰ ਰੱਖ ਸਕਦਾ ਹੈ, ਪਰ ਤੈਨੂੰ ਯੰਤਰਾਂ ਨੂੰ ਚਲਾਉਣ ਦਾ ਵੱਲ ਆਉਣਾ ਚਾਹੀਦਾ ਹੈ। ਇਹ ਮੁਸ਼ਕਲ ਹੈ, ਤੈਨੂੰ ਮਿਹਨਤ ਕਰਨੀ ਪਏਗੀ। ਜੋ ਕੁਝ ਤੂੰ ਠੀਕ ਕੀਤਾ ਹੈ, ਇਸ ਵਿੱਚ ਵਿਗਾੜ ਨਹੀਂ ਆਵੇਗਾ, ਇਹ ਵਿਸ਼ਵਾਸ ਮੈਨੂੰ ਦਿਵਾ ਦੇ। ਵਿਗਾੜ ਨਹੀਂ ਆਵੇਗਾ, ਇਹ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ। ਇਹ ਤਾਂ ਬਹੁਤ ਖੇਚਲ ਵਾਲੀ ਗੱਲ ਹੈ। ਇਹ ਜਿਸ ਵੇਲੇ ਵੀ ਵਿਗੜੇਗਾ, ਮੈਨੂੰ ਚੁੱਕ ਕੇ ਲਿਆਉਣਾ ਪਵੇਗਾ। ਇਹ ਤਾਂ ਇੱਕ ਮੁਸੀਬਤ ਮੇਰੇ ਗਲੇ ਪੈ ਗਈ ਹੈ। ਮੈਂ ਖਿੱਚ ਜਿਹਾ ਗਿਆ। ਸੰਭਵ ਹੈ ਹੁਣ ਵਿਗਾੜ ਨਾ ਹੀ ਪਵੇ। ਤੂੰ ਲੈ ਜਾ ਤੇ ਇਸ ਨੂੰ ਵਰਤ। ਮੈਂ ਉਪਕਰਨ ਲੈ ਆਇਆ, ਉਸਨੂੰ ਚਲਾਇਆ। ਇੱਕ ਫਰਕ ਪੈ ਗਿਆ ਸੀ। ਉਸਦੇ ਕੰਮ ਕਰਨ ਦੀ ਸ਼ਕਤੀ ਘਟ ਗਈ ਸੀ। ਪਹਿਲਾਂ ਵਰਗਾ ਰਸ ਤੇ ਆਨੰਦ ਉਸ ਵਿੱਚ ਨਹੀਂ ਸੀ ਰਿਹਾ। 2-4 ਦਿਨ ਮੈਂ ਉਦਾਸ ਰਿਹਾ। ਫਿਰ ਉਸਦਾ ਘਟੀਆਪਨ ਹੀ ਮੇਰੇ ਰਸ ਤੇ ਆਨੰਦ ਦਾ
70 ਬਣ ਗਿਆ। ਕੰਮ ਠੀਕ ਤੁਰਨ ਲੱਗ ਗਿਆ। ਮੈਂ ਬਿਲਕੁਲ ਨਵਾਂ ਲਿਬਾਸ ਪਾ ਕੇ ਤੇ ਚਿਹਰਾ ਪਾ ਕੇ ਘੁੰਮ ਰਿਹਾ ਸੀ। ਅਸਮਾਨ ਕੁਝ ਗਹਿਰਾ ਸੀ। ਹਨੇਰੀ ਆਈ। ਝੱਖੜ ਜ਼ੋਰ ਦਾ ਝੁੱਲਿਆ। ਲਿਬਾਸ ਵੀ ਲੀਰਾ ਹੋ ਗਿਆ ਤੇ ਚਿਹਰਾ ਵੀ ਫਟ ਗਿਆ। ਮੈਂ ਲਗਭਗ ਨੰਗਾ ਹੀ ਹੋ ਗਿਆ। ਛੇਤੀ ਛੇਤੀ ਆਪਣੇ ਕਮਰੇ ਵਿੱਚ ਪਹੁੰਚਿਆ, ਲਿਬਾਸ ਬਦਲਿਆ ਤੇ ਫਟਿਆ ਹੋਇਆ ਚਿਹਰਾ ਲੈ ਕੇ ਮੈਂ ਉਸ ਆਦਮੀ ਕੋਲ ਗਿਆ। ਮੈਂ ਉਸਨੂੰ ਕਿਹਾ, ਤੂੰ ਮੈਨੂੰ ਇਹ ਚਿਹਰੇ ਦਿੱਤੇ ਸੀ, ਕੁਝ ਕਿਹਾ ਨਹੀਂ। ਮੈਨੂੰ ਤੂੰ ਦੱਸਿਆ ਕਿਉਂ ਨਹੀਂ ਕਿ ਚਿਹਰੇ ਫਟ ਜਾਂਦੇ ਹਨ, ਹਨੇਰੀ ਝੱਖੜ ਵਿੱਚ ਇਹ ਨਹੀਂ ਪਾਈਦੇ। ਤੇਰਾ ਇਹ ਚਿਹਰਾ ਝੱਖੜ ਨਾਲ ਫਟਿਆ ਹੈ। ਜੇਕਰ ਝੱਖੜ ਨਾ ਵੀ ਹੋਵੇ, ਚਿਹਰੇ ਫਿਰ ਵੀ ਫਟ ਜਾਂਦੇ ਹਨ। ਇਹ ਨਹੀਂ, ਸਾਰਿਆਂ ਨੇ ਹੀ ਫਟਣਾ ਹੈ। ਫਿਰ ਮੈਨੂੰ ਇਸ ਦੇ ਆਕਾਰ ਤੇ ਇਸ ਦੇ ਰੂਪ ਦਾ ਇੱਕ ਹੋਰ ਚਿਹਰਾ ਦੇ ਦੇ। ਇੱਕ ਨਹੀਂ, 10 ਵੀ ਲੈ ਸਕਦਾ ਹੈ। ਵਰਤਨ ਦਾ ਸਾਹਸ ਹੋਣਾ ਚਾਹੀਦਾ ਹੈ। ਆਦਮੀ ਜਿਤਨੇ ਚਾਹੇ ਚਿਹਰੇ ਪਾ ਸਕਦਾ ਹੈ, ਹੰਢਾ ਸਕਦਾ ਹੈ। ਉਸਨੇ 2-4 ਹੋਰ ਚਿਹਰੇ ਮੇਰੇ ਹੱਥ ਵਿੱਚ ਫੜਾ ਦਿੱਤੇ। ਮੈਂ ਲੈ ਆਇਆ। 2-4 ਹੋਰ ਨਵੇਂ ਲਿਬਾਸ ਵੀ ਲੈ ਆਇਆ। ਮੈਂ ਹੁਣ ਔਰਤ ਨਾਲ ਸਲਾਹ ਕੀਤੀ। ਉਸਨੂੰ ਕਿਹਾ, ਐਵੇਂ ਕਰੀਏ ਕਿ ਲਾਪਰਵਾਹੀ ਛੱਡ ਕੇ ਜੋ ਵੀ ਕੁਝ ਵਰਤਣਾ ਹੈ, ਸਾਵਧਾਨੀ ਤੇ ਨਰਮੀ ਨਾਲ ਵਰਤੀਏ। ਡੋਰੀ ਹੌਲੀ ਤੇ ਨਰਮੀ ਨਾਲ ਖਿੱਚੀਏ। ਵਰਤਣ ਵੇਲੇ ਉਪਕਰਨਾਂ ਦੇ ਬਟਨ ਤੇ ਚਾਬੀਆਂ ਬਹੁਤ ਨਰਮੀ ਨਾਲ ਘੁਮਾਈਏ। ਅਸੀਂ ਦੋਵੇਂ ਬਹੁਤ ਸਾਵਧਾਨੀ ਵਰਤਣ ਲੱਗੇ। ਚੀਜ਼ ਆਪਣੇ ਪਾਸੇ ਖਿੱਚਣ ਵੇਲੇ ਇਸ ਗੱਲ ਦਾ ਖਿਆਲ ਰੱਖਦੇ ਸੀ ਕਿ ਉਸਨੂੰ ਝਟਕਾ ਨਾ ਲੱਗੇ। ਲਿਬਾਸ ਪਾਉਣ ਤੋਂ ਪਹਿਲਾਂ ਝੱਖੜ ਤੇ ਹਵਾ ਦਾ ਰੁਖ ਵੇਖ ਲੈਂਦੇ। ਇੱਕ ਤਕਲੀਫ ਹੋਰ ਬਣਨੀ ਸ਼ੁਰੂ ਹੋ ਗਈ। ਹੌਲੀ ਹੌਲੀ ਡੋਰੀਆਂ ਖਿੱਚਣ ਨਾਲ ਮੇਰੀ ਸ਼ਕਤੀ ਬਹੁਤ ਲੱਗਣ ਲੱਗ ਗਈ। ਜਿਸ ਉਪਕਰਨ ਤੇ ਮਸ਼ੀਨ ਨੂੰ ਮੈਂ ਆਸਾਨੀ ਨਾਲ ਆਪਣੇ ਪਾਸੇ ਖਿੱਚ ਲੈਂਦਾ ਸੀ, ਹੌਲੀ ਹੌਲੀ ਖਿੱਚਣ ਤੇ ਨਰਮ ਹੱਥ ਪਾਉਣ ਨਾਲ ਮੈਂ ਥੱਕਣ ਲੱਗ ਗਿਆ। ਮੈਂ ਚੀਜ਼, ਉਪਕਰਨ, ਯੰਤਰ, ਮਸ਼ੀਨ, ਔਰਤ, ਪਦਾਰਥ, ਲਿਬਾਸ, ਚਿਹਰਾ ਆਪਣੇ ਪਾਸੇ ਖਿੱਚਣ ਮਗਰੋਂ ਕਮਜ਼ੋਰੀ ਮਹਿਸੂਸ ਕਰਨ ਲੱਗਾ। ਇਸ ਕਰਕੇ ਪਹਿਲਾ ਆਨੰਦ, ਸਵਾਦ, ਰਸ ਤੇ ਆਨੰਦ ਘਟਦੇ ਗਏ। ਇੱਕ ਦੁਵਿਧਾ ਬਣ ਗਈ। ਜੇਕਰ ਮੈਂ ਕਿਸੇ ਚੀਜ਼ ਨੂੰ ਆਨੰਦ, ਰਸ ਤੇ ਸੁੱਖ ਲਈ ਆਪਣੇ ਪਾਸੇ ਖਿੱਚਦਾ ਸੀ, ਤਾਂ ਚੀਜ਼ ਦੇ ਵਿਗੜਨ ਦਾ ਡਰ ਸੀ, ਟੁੱਟਣ ਦਾ ਡਰ ਸੀ, ਮੁਰੰਮਤ ਦਾ ਡਰ ਸੀ। ਜੇਕਰ ਨਰਮ ਹੱਥ ਪਾਉਂਦਾ ਸੀ ਤਾਂ ਛੇਤੀ ਥੱਕ ਜਾਂਦਾ ਸੀ। ਪਰ ਮੈਂ ਆਪਣੇ ਹੁੱਟਣ ਤੇ ਥਕਾਨ ਦਾ ਜ਼ਿਕਰ ਨਾ ਹੀ ਉਸ ਆਦਮੀ ਨਾਲ ਕੀਤਾ ਤੇ ਨਾ ਹੀ ਔਰਤ ਨਾਲ। ਇੱਕ ਬਹੁਤ ਵੱਡੀ ਮਸ਼ੀਨ ਜੋ ਮੇਰੇ ਬਹੁਤ ਸਾਰੇ ਕੰਮ ਕਰਦੀ ਸੀ, ਅਚਾਨਕ ਬੰਦ ਹੋ ਗਈ। ਉਹ ਮਸ਼ੀਨ ਮੈਨੂੰ ਜਾਗਦੇ ਹੈ ਸੁਣਾ ਦਿੰਦੀ ਸੀ, ਸੁੱਤਿਆਂ ਨੂੰ ਜਗਾ ਦਿੰਦੀ ਸੀ, ਮੈਨੂੰ ਮੇਰੇ ਨਾਲ ਮਿਲਾ ਦਿੰਦੀ ਸੀ, ਮੈਨੂੰ ਮੇਰੇ ਤੋਂ ਵੱਖ ਕਰ ਦਿੰਦੀ ਸੀ। ਇਹ ਸਭ ਕੁਝ ਰੁਕ ਗਿਆ। ਮੈਂ ਘਬਰਾਇਆ। ਉਸ ਆਦਮੀ ਕੋਲ ਪਹੁੰਚਿਆ, ਸਾਰੀ ਗੱਲ ਸੁਣਾਈ। ਉਸ ਤੇ ਜਿਵੇਂ ਕੋਈ ਅਸਰ ਹੀ ਨਾ ਹੋਇਆ। ਮੇਰੇ ਇਤਨੇ ਕੰਮ ਵਿਗੜ ਰਹੇ ਹਨ ਤੇ ਤੈਨੂੰ ਕੁਝ ਵੀ ਮਹਿਸੂਸ ਨਹੀਂ ਹੋਇਆ। ਇਸ ਵਿੱਚ ਕੋਈ ਵੀ ਕੁਝ ਨਹੀਂ ਕਰ ਸਕਦਾ। ਇਸ ਦਾ ਇਲਾਜ ਤੇਰੇ ਆਪਣੇ ਕੋਲ ਹੈ। ਤੂੰ ਇਸ ਮਸ਼ੀਨ ਨੂੰ ਸੁੱਟ ਸਕਦਾ ਹੈ ਤੇ ਇਸ ਦੇ ਬਦਲੇ ਵਿੱਚ ਨਵੀਂ ਮਸ਼ੀਨ ਲਿਆ ਸਕਦਾ ਹੈ। ਬਸ। ਨਵੀਂ ਮਸ਼ੀਨ? ਤੇਰਾ ਮਤਲਬ ਹੈ ਮਸ਼ੀਨ ਬਦਲ ਦਵਾਂ? ਹਾਂ, ਬਦਲਣੀ ਪਏਗੀ। ਇਹ ਮਸ਼ੀਨ ਹੁਣ ਤੈਨੂੰ ਕੁਝ ਨਹੀਂ ਦੇਗੀ। ਉਸਨੇ ਇਵੇਂ ਕਿਹਾ ਜਿਸ ਤਰ੍ਹਾਂ ਉਹ ਮੇਰਾ ਫੈਸਲਾ ਕਰ ਰਿਹਾ ਹੋਵੇ। ਇਹ ਮਸ਼ੀਨ ਕਿਉਂ ਨਹੀਂ ਕੰਮ ਦੇਵੇਗੀ? ਇਸ ਨੂੰ ਇਸ ਦੀ ਚਲਾਉਣ ਵਾਲੀ ਗਰਮੀ ਹੀ ਖਾ ਗਈ ਹੈ। ਹਰ ਉਹ ਚੀਜ਼ ਜੋ ਕਿਸੇ ਸ਼ਕਤੀ, ਗਰਮੀ, ਊਰਜਾ ਨਾਲ ਚੱਲਦੀ ਹੈ, ਉਸਨੂੰ ਉਸਦੀ ਊਰਜਾ ਹੀ ਸਮਾਪਤ ਕਰ ਦਿੰਦੀ ਹੈ। ਮੈਂ ਇਸ ਦੀ ਮੁਰੰਮਤ ਨਾ ਕਰਵਾ ਲਵਾਂ? ਕਰਵਾ ਕੇ ਵੇਖ ਲੈ। ਮੁਰੰਮਤ ਤੋਂ ਬਾਅਦ ਰਸ ਹੀ ਨਹੀਂ ਰਹੇਗਾ, ਆਨੰਦ ਹੀ ਨਹੀਂ ਰਹੇਗਾ, ਸੁੱਖ ਦਾ ਅਨੁਭਵ ਬਹੁਤ ਘੱਟ ਹੋਵੇਗਾ। ਇਸ ਦਾ ਪਰਿਵਰਤਨ ਹੀ ਇਲਾਜ ਹੈ। ਇੱਕ ਬੰਦ ਚੀਜ਼ ਜਿਸ ਤੋਂ ਤੈਨੂੰ ਨਿਰਾਸ਼ਾ ਹੁੰਦੀ ਹੈ, ਉਸਨੂੰ ਬਦਲ ਕੇ ਤੂੰ ਆਪ ਆਸ ਵਿੱਚ ਬਦਲ ਸਕਦਾ ਹੈ। ਰਣ ਖੇਤਰ ਕਹਾਣੀ ਦੇ ਅਗਲੇ ਭਾਗ ਨਾਲ ਜਲਦ ਮਿਲਾਂਗੇ। ਨਮਸਕਾਰ।